अमरदास दुर्हे दैत्यावो जी, हे दैत्यावो। शिव दुर रामदास दुर्नदावो। शिव अर्जन बिदनन ते नाशत, बिदनन ते नाशत। शिव हर दो बिंद शुभ सुमत परताशत। शिव हर राय नमो तर जोई, नमो तर जोई। दुहर तृष्ण मनाई बहोवी, तेद बहादुर परम तेव पाला जी, परम तेव पाला। शिव दुर दो बिंद सिंध विशाला। तरो तरा तर पुन पुन शीसा जी, पुन पुन शीसा। बंदो बार बार जद दीसा, बंदो बार बार जद दीसा। जिसमें अमृत ध्यान है, मानत पदत वैराद। शिव ग्रंथ साहिब उदत, बंदो तारे अनुराग। शिव दुर शब्द तमाए जिन, जीते पंच वितार। तेन संतन तो बंदना, शिव चरणन पर तार। एक अंकारा सतगुरु, जे प्रसाद सच होए। वाहिगुरु जी ती फतेह, बिदन बिनाशन सोए। वाहिगुरु जी ती फतेह, बिदन बिनाशन सोए। सतनाम श्री वाहिगुरु साहिब जी। दोहरा इम अष्टक भगतन पणियो, पढ़े जो नित कर प्रेम। सुत बिताद मन बाँछते, पावहे जन जुत खेम। एवं अष्टक भगतन पणियो, पढ़े जो नित कर प्रेम। सुत बिताद मन बाँछते, पावहे जन जुत खेम। वाहिगुरु जी का खालसा, वाहिगुरु जी की फतेह। गुरु गरीब निवाज दसां ही पातशाहियां दी आत्मक जोत, करोड़ां खंडां ब्रह्मंडां दे मालक, देदां तेदां दे धनी, लोत पर लोत दे रक्षत। इत्थे उत्थे रखवाला प्रभ सतगुर दीन दयाला, दयालु ते पालू सतगुर सच्चे पातशाह जी। 64 तख्तां दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर जुट बैठे गुरु रूप। दो प्यारी सत्तारियो सत संगत जियो, वड्डियां भागां वाले हो, जो ते संध्या वेले दे दीवाना दे अंदर जुट बैठ करते सुभादे समय दा आनंद प्राप्त कर रहे हो। संध्या वेले दे दीवान सजे सजे हुए दीवाना दे अंदर सोदर श्री रहरास साहिब जी दरबाणी दे जाप, आरती आरता अते होर रस भंडे शब्दां दे कीर्तन वडभागी जनां ने सरवण कीते हन। समा होया है इस अस्थान दी मर्यादा दे अनुसार दोवे इतिहास की लड़ीवार तथा विचार दा आओ दुरुति तथा विचार मन चित बिरतियां नूं एकाग्र चित करके सरवण करिए। जिस तरह ताल दे प्रसंगां दे विच
ਆਪ ਜੀ ਸਰਵਣ ਕੀਤਾ ਸੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬੀੜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਇੱਕ ਤੰਬੂ ਦੇ ਵਿੱਚ ਲਿਖਵਾ ਰਹੇ ਹਨ। ਬਹੁਤ ਸੁੰਦਰ ਤੰਬੂ ਵਾਲਾ ਸਥਾਨ ਬਣਾਇਆ ਹੈ ਭਾਈ ਗੁਰਦਾਸ ਜੀ ਅਤੇ ਅਨੇਕਾਂ ਹੀ ਸੇਵਕਾਂ ਨੇ ਮਿਲ ਕਰਕੇ। ਉਸ ਤੋਂ ਉਪਰੰਤ ਗੁਰੂ ਜੀ ਨੇ ਆਪਣੇ ਮਨ ਦੀ ਇੱਛਾ ਭਾਈ ਗੁਰਦਾਸ ਜੀ ਨੂੰ ਦੱਸੀ ਹੈ ਤੇ ਭਾਈ ਗੁਰਦਾਸ ਜੀ ਕਲਯੁਗ ਦੇ ਮਹਾਨ ਸਮੇਂ ਦੇ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਤਾਈਂ ਪਾਵਨ ਪਵਿੱਤਰ ਬੀੜ ਦੀ ਰਚਨਾ ਕਰਨ ਦੀ ਸਾਡੀ ਇੱਛਾ ਹੈ, ਮਨੋਕਾਮਨਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਬੀੜ ਹੈ ਕਲਯੁਗ ਦੇ ਸਮੇਂ ਦੇ ਵਿੱਚ ਸੰਗਤਾਂ ਨੂੰ ਬਹੁਤਾ ਲਾਭ ਦੇਵੇਗੀ। ਬਚਨਾਂ ਨੂੰ ਮਨ ਕਰਤੇ ਸੁਣ ਕਰਤੇ ਆਖਿਆ ਕਿ ਗੁਰੂ ਸਾਹਿਬ ਜੀ ਇਤਨੀ ਸਮਰੱਥਾ ਮੇਵੇ ਵਿੱਚ ਕਿੱਥੇ ਹੈ, ਜਿਹੜੀ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਨੇ ਧਰੋ ਭੇਜੀ ਹੋਵੇ ਉਹ ਬਾਣੀ ਨੂੰ ਮੈਂ ਪੜ੍ਹ ਲਵਾਂ, ਸਮਝ ਲਵਾਂ, ਲਿਖ ਲਵਾਂ, ਇਤਨੀ ਸਮਰੱਥਾ ਮੇਵੇ ਵਿੱਚ ਨਹੀਂ। ਆਪ ਜੀ ਜੇ ਕਿਰਪਾ ਕਰੋ ਤੇ ਮੇਰੇ ਤੋਂ ਇਹ ਸ਼ੁੱਧ ਬਾਣੀ ਲਿਖਵਾ ਸਕਦੇ ਹੋ, ਜਿਤਨੀ ਤੇ ਲਿਖਵਾਵੋ ਦੇ ਮੈਂ ਲਿਖ ਲਵਾਂਗਾ। ਗੁਰੂ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਖਿਆ ਤੇ ਸੁਚੇਤ ਹੋ ਜਾਣਾ ਤੇ ਬਾਣੀ ਨੂੰ ਲਿਖਣ ਦੇ ਤਾਈਂ ਭਾਈ ਗੁਰਦਾਸ ਜੀ ਨੇ ਕਾਗਜ਼ ਦੇ ਪੱਤਰਿਆਂ ਨੂੰ ਇਤੋਂ ਬਰਾਬਰ ਕੀਤਾ ਹੈ ਤੇ ਉਸ ਤੋਂ ਉਪਰੰਤ ਇਤੋਂ ਬਰਾਬਰ ਧਰਤੀ ਦੇ ਪਿਆਰਿਓ ਉਸ ਪੱਤਰਿਆਂ ਤੇ ਗੁਰਬਾਣੀ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਨੂੰ ਉਚਾਰਨਾ ਕੀਤਾ ਹੈ। ਗੁਰੂ ਸਾਹਿਬ ਜੀ ਦਾ ਧਿਆਨ ਧਰਿਆ। ਗੁਰੂ ਜੀ ਦਾ ਧਿਆਨ ਕਰਕੇ ਪ੍ਰਥਮ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਲਿਖਵਾਉਣਾ ਕੀਤੀ ਹੈ। ਸ਼੍ਰੀ ਰਾਤ ਦੀ ਬਾਣੀ ਵੀ ਥੋੜੀ ਲਿਖਵਾਈ ਹੈ। ਜਦੋਂ ਸਮਾਪਤੀ ਤੇ ਸ਼੍ਰੀ ਰਾਤ ਦੀ ਬਾਣੀ ਆਈ ਤੇ ਉਸ ਸਮੇਂ ਭਗਤਾਂ ਨੇ ਆ ਤੇ ਭਗਤ ਜਨ ਆਏ ਨੇ, ਗੁਰੂ ਜੀ ਦੇ ਦਰਸ਼ਨ ਕੀਤੇ ਹਨ, ਨਿਹਾਲ ਹੋਏ ਨੇ, ਪ੍ਰਸੰਨ ਹੋਏ ਨੇ ਤੇ ਆ ਤੇ ਆਖਿਆ ਗੁਰੂ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਗੁਰੂ ਜੀ ਨੇ ਪੁੱਛਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸਣਾ ਕਰੋ, ਆਪਣਾ ਨਾਮ ਦੱਸੋ ਤੇ ਦੱਸਣਾ ਕਰੋ ਤੇ ਸਤਾਵਣ ਦੇ ਵਾਸਤੇ ਆਏ ਹੋ। ਤੇ ਅੱਜ ਦੇ ਪ੍ਰਸੰਗਾਂ ਦੇ ਵਿੱਚ ਗੁਰੂ ਜੀ ਉਹਨਾਂ ਤੋਂ ਨਾਮ ਪੁੱਛਣ ਦੇ ਤੇ ਭਗਤ ਜਨ ਦੱਸਣਾ ਕਰਨ ਦੇ। ਆਓ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ ਸਰਵਣ ਕਰਕੇ ਲਾਭ ਪ੍ਰਾਪਤ ਹੋਈਏ। ਕਥਾ ਵਿਚਾਰ ਅੱਜ ਦੇ ਪ੍ਰਸੰਗਾਂ ਦੀ ਸੁਣਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਹੱਥ ਵੀ ਲਵਾਓ, ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਹੀ ਪ੍ਰੇਮ ਸਤਿਕਾਰ ਦੇ ਸਤਿਤਾ ਆਥੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਅਸ਼ਟਕ ਭਗਤਨ ਪਣਿਓ ਪੜ੍ਹੇ ਜੋ ਨਿਤ ਕਰ ਪ੍ਰੇਮ। ਇਸ ਤਰ੍ਹਾਂ ਜਿਹੜੇ ਭਗਤ ਜਨ ਆਏ ਸਨ ਉਹਨਾਂ ਦੇ ਵਿੱਚੋਂ 8 ਭਗਤਾਂ ਨੇ ਕਹਿਣਾ ਕੀਤਾ ਗੁਰੂ ਜੀ ਜਿਹੜੀ ਇਹ ਬਾਣੀ ਹੈ ਨਿਤਾ ਪ੍ਰਤੀ ਜਿਹੜਾ ਪ੍ਰੇਮ ਦੇ ਨਾਲ ਪੜਨਾ ਤਵੇਦਾ। ਸੁਤ ਬਿਤਾਦ ਮਨ ਬਾਛਤੇ ਪਾਵਹੀ ਜਨ ਜੁਤ ਖੇਮ। ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇ ਦੀ, ਧਨ ਦੀ ਦਾਤ ਪ੍ਰਾਪਤ ਹੋਵੇ ਦੀ ਤੇ ਅਥੀਏ ਵੇਲੇ ਮੁਕਤੀ ਦੀ ਦਾਤ ਵੀ ਉਸ ਨੂੰ ਪ੍ਰਾਪਤ ਹੋਵੇ ਦੀ। ਭਾਵ ਜਿਹੜੇ 4 ਪਦਾਰਥ ਹਨ ਤਾਮ ਅਰਥ ਧਾਮ ਮੋਥ ਇਹ ਚਾਰੇ ਹੀ ਉਸ ਨੂੰ ਪ੍ਰਾਪਤ ਹੋ ਜਾਣਗੇ। ਚੌਪਈ ਸੁਨ ਸ੍ਰੀ ਅਰਜਨ ਠਾਂਡੇ ਹਵੈ ਕੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਗਤ ਰਸਨਾ ਦੇ ਪਾਸੋਂ ਇਹ ਬਚਨ ਸੁਣੇ ਨੇ ਤਾਂ ਖਲੋ ਜਾਣਾ ਕੀਤੇ ਹਨ। ਮధుਰ ਬਾਗ ਤੇ ਆਦਰ ਕਹਿ ਕੈ ਤੇ ਮਿੱਠੇ ਵਚਨਾਂ ਦੇ ਨਾਲ ਉਹਨਾਂ ਭਗਤ ਜਨਾਂ ਦੀ ਬਾਣੀ ਨੂੰ ਉਹਨਾਂ ਨੂੰ ਸਤਿਕਾਰ ਬਖਸ਼ਿਆ ਹੈ। ਸਗਲ ਬਿਠਾਏ ਨਿਕਟ ਆਨੰਦੇ ਤੇ ਸਾਰੇ ਹੀ ਭਗਤ ਜਨ ਆਪਣੇ ਨੇੜੇ ਬਿਠਾ ਲੈਣਾ ਕੀਤੇ ਹਨ। ਪੂਜਨ ਕਰੇ ਭਗਤ ਤੁਮ ਬ੍ਰਿੰਦੇ ਤੇ ਪੁੱਛਣਾ ਕੀਤਾ ਹੈ ਭਗਤ ਜਨੋ ਤੁਸੀਂ ਤਾਂ ਬਹੁਤੇ ਜ਼ਿਆਦਾ ਹੋ, ਤੁਹਾਡੀ ਗਿਣਤੀ ਬਹੁਤੀ ਹੈ। ਸਗਰੇ ਆਪਣੋ ਨਾਮ ਸੁਨਾਵੋ ਤੇ ਇਸ ਤਰ੍ਹਾਂ ਕਰੋ ਸਭ ਤੋਂ ਪਹਿਲਾਂ ਸਾਰੇ ਹੀ ਆਪਣਾ ਨਾਮ ਮੇਰੇ ਤਾਈਂ ਸੁਣਾਉਣਾ ਕਰੋ। ਪੁਨ ਆਗਮ ਕੋ ਹੇਤ ਬਤਾਵੋ ਫਿਰ ਦੱਸਣਾ ਕਰੋ ਤੇ ਤੁਹਾਡੇ ਆਉਣ ਦਾ ਕੀ ਕਾਰਨ ਹੈ, ਤਿਸ ਦੇ ਤਾਈਂ ਤੁਸੀਂ ਆਏ ਹੋ ਦੱਸਣਾ ਕਰੋ।
इस प्रकार तुम करुणा करी। ਤੇ ਇਸ ਤਰ੍ਹਾਂ ਤੁਸੀਂ ਕਿਰਪਾ ਕਰਕੇ ਇਹ ਗੱਲ ਦੱਸਣਾ ਕਰੋ। ਮਹਾ ਸੁਫਲ ਮਿਲ ਬੇ ਤੁਮ ਘਰੀ। ਕਿਉਂਕਿ ਤੁਹਾਡੇ ਨਾਲ ਮਿਲਣ ਦੀ ਜਿਹੜੀ ਇਹ ਘੜੀ ਹੈ ਬਹੁਤ ਹੀ ਸਫਲ ਹੈ, ਬਹੁਤ ਹੀ ਸ੍ਰੇਸ਼ਟ ਘੜੀ ਹੈ। ਆਪ ਜੀ ਨੇ ਨਾਲ ਅਸੀਂ ਮਿਲਣਾ ਕੀਤੇ ਹਾਂ। ਕਹਿਓ ਕਬੀਰ ਜੋਰ ਜੁਗ ਹਾਥ। ਭਗਤ ਕਬੀਰ ਜੀ ਨੇ ਦੋਵੇਂ ਹੱਥ ਜੋੜ ਕਰਤੇ ਉਸ ਸਮੇਂ ਗੁਰੂ ਜੀ ਦੇ ਬਚਨਾਂ ਨੂੰ ਮਨ ਕਰਤੇ ਭਗਤ ਜਨਾਂ ਦੇ ਨਾਮਾਂ ਨੂੰ ਗਿਣਾਇਆ ਹੈ। ਸੁਨਹੁ ਸਕਲ ਸ੍ਰੀ ਅਰਜਨ ਨਾਥ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਰਿਆਂ ਦੇ ਨਾਥ ਮਾਲਕ ਜੀ ਸੁਣਨਾ ਕਰੋ। ਬੀਣੀ ਨਾਮ ਦੇਵ ਰਵਿਦਾਸ। ਇੱਕ ਦਾ ਨਾਮ ਬੀਣੀ ਹੈ ਤੇ ਦੂਸਰੇ ਦਾ ਨਾਮ ਰਵਿਦਾਸ ਹੈ। ਪੀਪਾ ਸਦਨਾ ਸੈਣ ਪ੍ਰਕਾਸ਼। ਤੇ ਇੱਕ ਦਾ ਨਾਮ ਭਗਤ ਪੀਪਾ ਜੀ ਹੈ ਤੇ ਭਗਤ ਸਦਨਾ ਜੀ ਤੇ ਭਗਤ ਸੈਣ ਜੀ ਇਹ ਜਿਹੜੇ ਨਾਮ ਪ੍ਰਤਾਸ਼ ਹਨ। ਭੀਖਣ ਧੰਨਾ ਅਰਜੈ ਦੇਵ। ਭਗਤ ਭੀਖਣ ਜੀ, ਭਗਤ ਧੰਨਾ ਜੀ ਅਤੇ ਜਿਹੜੇ ਜੈ ਦੇਵ ਜੀ ਹਨ। ਵਿਪਰਤ ਲੋਚਨ ਸ੍ਰੀ ਗੁਰਦੇਵ। ਭਗਤ ਲੋਚਨ ਜੀ ਜਿਹੜੇ ਬ੍ਰਾਹਮਣ ਹੋਏ ਹਨ ਗੁਰੂ ਸਾਹਿਬ ਜੀ ਇਹ ਜਿਹੜੇ ਭਗਤਾਂ ਦੇ ਨਾਮ ਹਨ। ਪਰਮਾਨੰਦ ਰਾਮਾਨੰਦ ਜਾਨੋ। ਤੇ ਹੋਰ ਵੀ ਭਗਤ ਜਾਣ ਲੈਣਾ ਕਰੋ ਜਿਹਦੇ ਭਗਤ ਪਰਮਾਨੰਦ ਜੀ ਹਨ, ਭਗਤ ਰਾਮਾਨੰਦ ਜੀ ਹਨ, ਇਹ ਵੀ ਸਾਡੇ ਗੁਰੂ ਜੀ ਨਾਲ ਹਨ। ਮੈਂ ਜੋ ਕਬੀਰ ਫਰੀਦ ਪਰਮਾਨੋ। ਮੈਂ ਜਿਹੜਾ ਭਗਤ ਫਰੀਦ ਹਾਂ, ਪਾਪਾ ਫਰੀਦ ਜੀ ਨਿਮਰਤਾ ਜਾਣਦੇ ਨੇ, ਮੈਂ ਕਬੀਰ ਹਾਂ ਤੇ ਭਗਤ ਫਰੀਦ ਜੀ ਵੀ ਸਾਡੇ ਨਾਲ ਬਿਰਾਜਮਾਨ ਹਨ। ਸੂਰਦਾਸ ਜੁਤ 15 ਕਹੀਐ। ਤੇ ਭਗਤ ਸੂਰਦਾਸ ਵੀ ਹਨ ਜਿਹੜੇ ਬਹੁਤੇ ਸ਼ੋਭਨੀਤ ਹਨ। ਇਹਨਾਂ ਦੇ ਸਹਿਤ ਜਿਹੜੇ ਇਹ 15 ਭਗਤ ਆਥੇ ਜਾਂਦੇ ਹਨ। ਇਹ 15 ਹੀ ਗੁਰੂ ਸਾਹਿਬ ਜੀ ਸਾਡੇ ਵਿੱਚ ਬਿਰਾਜਮਾਨ ਹਨ। ਚਾਰ ਅਪਰ ਇਨ ਨਾਮ ਸੁਲਹੀਐ। ਤੇ ਇਹਨਾਂ ਤੋਂ ਇਲਾਵਾ 4 ਹੋਰ ਭਗਤ ਨੇ ਜਿਨ੍ਹਾਂ ਦਾ ਨਾਮ ਵੀ ਸੁਣ ਲੈਣਾ ਕਰੋ। ਮੂਸਨ ਮਸਕਨ ਸੰਮਨ ਇਹੋ। ਤੇ ਮੂਸਣ ਭਗਤ ਜੀ, ਭਗਤ ਮਸਤਨ ਜੀ, ਭਗਤ ਸੰਮਨ ਜੀ ਤੇ ਇਹ ਜਿਹੜੇ 3 ਭਗਤਾਂ ਦੇ ਨਾਮ ਜਣਾਏ ਹਨ। ਚੌਥੋ ਦਾਸ ਜਮਾਲ ਲਖੈ ਹੋ। ਤੇ ਚੌਥਾ ਜਿਹੜਾ ਦਾਸ ਜਮਾਲ ਜੀ ਹਨ ਇਹ ਵੀ ਇਹਨਾਂ ਦੇ ਵਿੱਚ ਵਿਰਾਜਮਾਨ ਹਨ। ਆਪਾਂ ਚੌ ਬੋਲੇ ਦੀ ਬਾਣੀ ਪੜ੍ਹਨਾ ਕਰਦੇ ਹਾਂ ਉਹਨਾਂ ਦੇ ਵਿੱਚ ਇਹ ਜਿਹੜੇ 4 ਭਗਤ ਹਨ ਜਾਣੇ ਜਾਂਦੇ ਹਨ। ਤੇ ਜਿਹੜੇ ਇਹ 4 ਭਗਤ ਹਨ ਉਹ ਵੀ ਗੁਰਮਤਿ ਪਿਆਰਿਓ ਗੁਰੂ ਸਾਹਿਬ ਜੀ ਦੇ ਕੋਲ ਆਏ ਹਨ। ਅਬ ਆਗਮਨ ਕਾਜ ਸੁਣ ਲੀਜਹਿ। ਗੁਰੂ ਜੀ ਆਪ ਜੀ ਨੇ ਪੁੱਛਿਆ ਸੀ ਆਣ ਦਾ ਕੀ ਕਾਰਨ ਹੈ, ਉਹ ਵੀ ਸੁਣ ਲੈਣਾ ਕਰੋ। ਔਰ ਵਿਚਾਰ ਪੁਨ ਪੂਰਨ ਕੀਜਹਿ। ਦੇ ਵਿੱਚ ਪ੍ਰਚੰਦੇ ਤਰੀਕੇ ਨਾਲ ਵਿਚਾਰ ਕਰਨਾ ਕਰੋ। ਵੇਦ ਕਹੈ ਨਾਰਾਇਣ ਸਵਾਸ। ਤੇ ਵੇਦ ਜਿਹੜੇ ਭਾਵ ਜਿਹੜੇ ਮਨੁੱਖ ਹਨ ਦੁਨੀਆ ਦੇ ਆਖਦੇ ਨੇ ਕਿ ਜਿਹੜੇ ਵੇਦ ਗ੍ਰੰਥ ਹਨ 4 ਵੇਦ ਹਨ ਇਹ ਨਾਰਾਇਣ ਦੇ ਸਵਾਸ ਹਨ, ਭਾਵ ਸਾਹ ਹਨ। ਕਮਲਾ ਸਨ ਸੁਭ ਕੀਨ ਪ੍ਰਕਾਸ਼। ਜਿਨ੍ਹਾਂ ਸਵਾਸਾਂ ਨੂੰ ਜਿਨ੍ਹਾਂ ਵੇਦ ਗ੍ਰੰਥਾਂ ਨੂੰ ਕਮਲਾਸ਼ਨ ਜਿਹੜਾ ਬ੍ਰਹਮਾ ਕਮਲ ਦਾ ਆਸਨ ਵਾਲਾ ਉਸਨੇ ਪ੍ਰਕਾਸ਼ਮਾਨ ਕੀਤੇ ਹਨ। ਬਹੁਰ ਬਿਆਸ ਵਿਸਤਾਰ ਬਨਾਵਾ। ਫਿਰ ਜਿਹੜਾ ਬਿਆਸ ਵਿਧੀ ਹਨ ਉਹਨਾਂ ਨੇ ਵੀ ਬਹੁਤੇ ਵਿਸਥਾਰ ਦੇ ਨਾਲ ਨਰਨ ਉਦਾਹਰਨ ਹੇਤ ਉਪਾਵਾ। ਦੇ ਉਦਾਹਰਣ ਦੇ ਤਾਈਂ ਆਪਣਾ ਗ੍ਰੰਥ ਰਚਨਾ ਕੀਤਾ ਹੈ। ਤਿਨ ਮਹਿ ਬਾਮ ਦੇਵ ਤੇ ਆਦ। ਜਿਤਨੇ ਵੀ ਇਹ ਗ੍ਰੰਥ ਹਨ ਸਾਰਿਆਂ ਦੇ ਵਿੱਚ ਜਿਹੜੇ ਗੁਰਮਤਿ ਪਿਆਰਿਓ ਬਾਮਦੇਵ ਨਾਮ ਦਾ ਇੱਕ ਦੇਵਤਾ ਹੈ ਉਸ ਦੀ ਜਿਹੜੀ ਸਾਥੀ ਹੈ। ਸਾਖੀ ਲਿਖੀ ਮਨੀਨ ਬਬਦਾਦ। ਤੇ ਹੋਰ ਵੀ ਇਹਨਾਂ ਦੇ ਜਿਹੜੀਆਂ ਸਾਥੀਆਂ ਲਿਖੀਆਂ ਮੁਨੀ ਜਨਾਂ ਦੀਆਂ ਉਹ ਸਾਰੀਆਂ ਹੀ ਸਾਥੀਆਂ ਝਗੜੇ ਵਾਲੀਆਂ ਹਨ, ਝਗੜ ਦੇਣ ਵਾਲੀਆਂ ਹਨ। ਤਿੰਨ ਬੇਦਨ ਕੋ ਦੂਸਰ ਰੂਪ। ਉਹਨਾਂ ਵੇਦਾਂ ਸ਼ਾਸਤਰਾਂ ਦਾ ਜਿਹੜਾ ਦੂਸਰਾ ਰੂਪ ਹੈ। ਰਚਨ ਲਗੇ ਮਤ ਗ੍ਰੰਥ ਅਨੂਪ। ਤੇ ਗੁਰੂ ਸਾਹਿਬ ਜੀ ਆਪ ਰਚਨ ਲੱਤੇ ਹੋ ਇਸ ਪਵਿੱਤਰ ਗ੍ਰੰਥ ਦੇ ਵਿੱਚ। ਪਰ ਤਵੀ ਜੀ ਨੇ ਜਿਹੜੀ ਇਹ ਪੰਕਤੀ ਲਿਖੀ ਹੈ ਇਸ ਦੇ ਥੱਲੇ ਡਾਕਟਰ ਵੀਰ ਸਿੰਘ ਜੀ ਨੇ ਬਹੁਤ ਹੀ ਸੁੰਦਰ ਟੂਕ ਦਿੱਤੀ ਹੈ ਜੋ ਕੱਲ ਵੀ ਦਿੱਤੀ ਸੀ ਕਿ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਇਹ ਵੇਦਾਂ ਦਾ ਦੂਸਰਾ ਰੂਪ ਨਹੀਂ, ਇਹ ਧੋਇਓ ਆਈ ਹੋਈ ਬਾਣੀ ਹੈ। ਵੇਦਾਂ ਦੀ ਬਾਣੀ ਕਥਨ ਅਨੁਸਾਰ ਕਥੀ ਜਾ ਸਕਦੀ ਹੈ
ਪਰ ਜਿਹੜੀ ਗੁਰਮਤਿ ਪਿਆਰਿਓ ਇਹ ਬਾਣੀ ਇਹ ਕਿਸੇ ਮਨੁੱਖ ਦੇ ਲਿਖੀ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਧੁਰ ਦਰਦਾਰ ਤੋਂ ਬਖਸ਼ੀ ਹੋਈ ਇਹ ਬਾਣੀ ਹੈ। ਇਸ ਕਰਕੇ ਇਸ ਬਾਣੀ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ, ਇਹ ਤਥਨ ਤੋਂ ਰਹਿਤ ਹੈ। ਲਿਖੋ ਇਹਾਂ ਸਾਖੀ ਭਗਤਨ ਕੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਬਾਣੀ ਦੇ ਵਿੱਚ ਭਗਤਾਂ ਦੀ ਸਾਥੀ ਵੀ ਲਿਖਣਾ ਕਰੋ। ਭਈ ਵਾਰਤਾ ਜਿਮ ਪ੍ਰਭ ਜਨ ਕੀ। ਜਿਸ ਤਰ੍ਹਾਂ ਪ੍ਰਭੂ ਜਨਾਂ ਦੀ ਸ੍ਰੇਸ਼ਟ ਜਨਾਂ ਦੀ ਵਾਰਤਾ ਲਾਭ ਹੋਈ ਉਹ ਸਾਰੀ ਹੀ ਲਿਖ ਦੇਣਾ ਕਰੋ। ਕਲ ਯੁਗ ਘੋਰ ਮੰਦ ਮਤ ਜਾਣੀ। ਕਲਯੁਗ ਦੇ ਵਿੱਚ ਜਿਹੜੇ ਘੋਰ ਪਾਪ ਹਨ, ਮੰਦੀ ਮਤ ਵਾਲੇ ਹਨ, ਜਿਹੜੇ ਘੋਰ ਪਾਪ ਕਰਦੇ ਹਨ, ਉਹ ਇਹਨਾਂ ਨੂੰ ਪੜ੍ਹ ਕਰਕੇ ਜਾਣਨਾ ਕਰਨ ਦੇ। ਤਿਨ ਹਿਤ ਰਚਹੁ ਸੁਖੀਨ ਮਹਾਨੀ। ਉਹਨਾਂ ਦੇ ਵਾਸਤੇ ਸੌਖੇ ਤਰੀਕੇ ਦੇ ਨਾਲ ਇਸ ਬਾਣੀ ਦਾ ਪ੍ਰਕਾਸ਼ ਕਰੋ, ਕਿਉਂਕਿ ਵੇਦਾਂ ਸ਼ਾਸਤਰਾਂ ਦੇ ਵਿੱਚ, ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ, ਚਾਰ ਤਤੇਬਾਂ ਦੇ ਵਿੱਚ ਵੀ ਗੁਰਮਤਿ ਪਿਆਰਿਓ ਬਹੁਤੀ ਔਖੀ ਬਾਣੀ ਹੈ। ਕਈਆਂ ਦੇ ਉਰਦੂ ਭਾਸ਼ਾ ਦੀ ਚਾਰ ਤਤੇਬਾਂ ਦੇ ਵਿੱਚ ਤੇ ਹਿੰਦੂ ਮਤ ਦੇ ਗ੍ਰੰਥਾਂ ਦੇ ਸਾਰੀ ਜਿਹੜੀ ਇਹਨਾਂ ਦੀ ਰਚਨਾ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ। ਇਸ ਤਰ੍ਹਾਂ ਤੇ ਭਗਤ ਜੀ ਆਖਦੇ ਹਨ ਕਿ ਜਿਹੜੀ ਇਹ ਬਾਣੀ ਲਿਖਣ ਲੱਗੇ ਉਹ ਸੌਖੀ ਸੁਥੈਨ ਲਿਖਣਾ ਕਰੋ ਤੇ ਸੁਥੈਨ ਲਿਖ ਕੇ ਦੁਨੀਆ ਦੇ ਵਿੱਚ ਪ੍ਰਕਾਸ਼ਮਾਨ ਕਰਨਾ ਕਰੋ। ਇਸ ਮਹਿ ਸ਼ਬਦ ਲਿਖਾਏ ਹਮਾਰੇ। ਇਸ ਬਾਣੀ ਦੇ ਵਿੱਚ ਸਾਡੇ ਵੀ ਜਿਹੜੇ ਸ਼ਬਦ ਹਨ, ਜਿਨ੍ਹਾਂ ਨੂੰ ਪੜ੍ਹ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸ਼ਬਦ ਦੱਸੇ ਹਨ, ਬਣਾਏ ਹਨ, ਅਸੀਂ ਉਹ ਸ਼ਬਦ ਵੀ ਲਿਖਣਾ ਕਰੋ। ਉਪਦੇਸ਼ਨ ਹਿਤ ਦਿਹੋ ਬਿਸਤਾਰੇ। ਤੇ ਉਪਦੇਸ਼ਨ ਦੇ ਤਾਈਂ ਸੰਤਾਂ ਨੂੰ ਉਪਦੇਸ਼ ਦੇਣ ਦੇ ਤਾਈਂ ਇਹਨਾਂ ਸ਼ਬਦਾਂ ਦਾ ਵੀ ਇੱਥੇ ਵਿਸਥਾਰ ਕਰਨਾ ਕਰੋ। ਸ੍ਰੀ ਅਰਜਨ ਸੁਣ ਭਗਤਨ ਬਿਨਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਭਗਤ ਜਨਾਂ ਦੀ ਬੇਨਤੀ ਨੂੰ ਸੁਣਨਾ ਕੀਤਾ ਹੈ, ਹੇਤ ਲਿਖਾਵਨ ਕੀਨ ਸਗਿਣਤੀ। ਲਿਖਾਉਣ ਦੇ ਵਾਸਤੇ ਇਸ ਤਰ੍ਹਾਂ ਮਨ ਦੇ ਵਿੱਚ ਸੋਚਣਾ ਕੀਤਾ ਹੈ, ਵਿਚਾਰ ਕੀਤੀ ਹੈ। ਸਭ ਹੀਨ ਸੋ ਸ੍ਰੀ ਗੁਰ ਫਰਮਾਇਓ। ਸਾਰਿਆਂ ਭਗਤ ਜਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ। ਪ੍ਰਥਮ ਜੋ ਤੁਮਨੇ ਕਛੂ ਬਨਾਇਓ। ਸਾਡੇ ਆਉਣ ਤੋਂ ਪਹਿਲਾਂ ਜੋ ਵੀ ਤੁਸੀਂ ਬਾਣੀ ਰਚੀ ਹੈ, ਬਾਣੀ ਨੂੰ ਆਪਣੀ ਕਲਮ ਦੇ ਦੁਆਰਾ ਬਣਾਉਣਾ ਕੀਤਾ ਹੈ। ਸੋਨ ਚੜਾਵਹਿ ਗ੍ਰੰਥ ਮਜਾਰੀ। ਤੇ ਉਹ ਬਾਣੀ ਸਾਨੂੰ ਦੇ ਦੇਣਾ ਕਰੋ। ਉਸ ਬਾਣੀ ਨੂੰ ਅਸੀਂ ਇਸ ਪਵਿੱਤਰ ਗ੍ਰੰਥ ਦੇ ਵਿੱਚ ਸੁੰਦਰ ਬੀੜ ਦੇ ਵਿੱਚ ਚੜਾ ਦਵਾਂਗੇ। ਰਚਹੁ ਅਬਹਿ ਇਸ ਕੇ ਅਨੁਸਾਰੀ। ਤੇ ਹੁਣ ਬਾਣੀ ਦੇ ਦੇਣਾ ਕਰੋ ਤੇ ਉਸ ਬਾਣੀ ਦੇ ਅਨੁਸਾਰ ਅਸੀਂ ਵੀ ਬਾਣੀ ਰਚ ਦੇਣਾ ਕਰਾਂਗੇ। ਜਥਾ ਕਰਮ ਬਾਣੀ ਸੋ ਬਣਾਓ। ਜਿਸ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਕਰਮ ਹੋਏ, ਭਾਵ ਤੌਤਤ ਹੋਏ ਹਨ, ਉਸ ਦੇ ਅਨੁਸਾਰ ਜਿਹੜੀ ਤੁਸੀਂ ਬਾਣੀ ਬਚਨ ਬਣਾਏ ਹਨ। ਪ੍ਰਥਕ ਪ੍ਰਥਕ ਵਿੱਚ ਰਾਗ ਲਿਖਾਓ। ਤੇ ਜਦੋਂ ਰਾਤ ਦੀ ਸਮਾਪਤੀ ਹੋਵੇਗੀ ਉਸ ਸਮੇਂ ਵੱਖਰੇ ਵੱਖਰੇ ਕਰਕੇ ਤੁਹਾਡੇ ਬਚਨਾਂ ਨੂੰ ਲਿਖ ਦਵਾਂਗੇ। ਸੁਨ ਹਰਖੇ ਸਭ ਭਗਤ ਵਿਸਾਲਾ। ਜਦੋਂ ਭਗਤਾਂ ਨੇ ਸੁਣਿਆ ਹੈ ਕਿ ਸਾਡੀ ਅਰਜ਼ੋਈ ਪੂਰੀ ਹੋਈ, ਪ੍ਰਵਾਨ ਹੋਈ ਹੈ, ਤੇ ਸੋਚਿਆ ਹੈ ਕਿ ਹੁਣ ਛੇਤੀ ਦੇ ਨਾਲ ਮਨੁੱਖਾਂ ਦਾ ਉਧਾਰ ਹੋ ਜਾਵੇਗਾ, ਬਹੁਤੇ ਪ੍ਰਸੰਨ ਹੋਏ ਹਨ। ਧੰਨ ਧੰਨ ਉਚਰਹਿ ਤਿਸ ਕਾਲਾ। ਤੇ ਉਸ ਸਮੇਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਤਰ੍ਹਾਂ ਦੇ ਜਿਹੜੇ ਬਚਨ ਨੇ ਵਡਭਾਗੇ ਬੋਲ ਉਚਾਰਦੇ ਹਨ। ਲਗੇ ਬਨਾਵਨ ਗਿਰਾ ਨਵੀਨ। ਉਸ ਸਮੇਂ ਜਿਹੜੀਆਂ ਗੁਰੂ ਸਾਹਿਬ ਜੀ ਪਵਿੱਤਰ ਬਾਣੀ ਉਚਾਰਨ ਲੱਗੇ ਹਨ। ਬੈਠ ਸਮੀਪੀ ਗੁਰੂ ਪਰਬੀਨ। ਗੁਰੂ ਸਾਹਿਬ ਜੀ ਉਹਨਾਂ ਦੇ ਸਹਿਤ, ਭਗਤ ਜਨਾਂ ਦੇ ਸਹਿਤ ਜਿਹੜੇ ਸਿਆਣੇ ਹਨ ਉਸ ਸਮੇਂ ਵਿਰਾਜੇ ਹਨ। ਦੋਹਰਾ ਸ੍ਰੀ ਅਰਜਨ ਅਰਜਨ ਸੁਨਹਿ ਅਰਜਨ ਜਸ ਉਪਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੇਨਤੀ ਨੂੰ ਸੁਣਿਆ ਹੈ। ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਜਲ ਨੇ, ਭਾਵ ਮੈਲ ਤੋਂ ਰਹਿਤ ਨੇ। ਪਹਿਲਾਂ ਸ਼੍ਰੀ ਅਰਜਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਨਾਮ ਹੈ। ਦੂਸਰਾ ਅਰਜਨ, ਬਿੰਦੀ ਲਾਤਰ ਤੇ ਜੱਜੇ ਨੂੰ ਦੁਰਮਤ ਪਿਆਰਿਓ ਉਸ ਦਾ ਅਰਥ ਹੁੰਦਾ ਹੈ ਅਰਜ਼ ਗੁਜ਼ਾਰਨਾ, ਅਰਜ਼ੋਈ ਬੇਨਤੀ ਕਰਨੀ। ਤੇ ਤੀਸਰੇ ਅਰਜਨ ਦਾ ਅਰਥ ਹੈ ਉਜਲ। ਇਹੋ ਜਿਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਹੜੇ ਉਜਲ ਹਨ, ਮੈਲ ਤੋਂ ਰਹਿਤ ਹਨ, ਉਹਨਾਂ ਨੇ ਭਗਤ ਜਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਸਮੈ ਦੁਪਹਿਰੀ ਲਗ ਗੁਰੂ
ਬੈਠ ਗ੍ਰੰਥ ਤੇ ਲਖਵਾਏ। ਦੁਪਹਿਰ ਦੇ ਸਮੇਂ ਗੁਰੂ ਸਾਹਿਬ ਜੀ ਭਗਤ ਜਨਾਂ ਦੀ ਬਾਣੀ ਨੂੰ ਲਿਥਾਉਣ ਲੱਗੇ ਹਨ। ਚੌਪਈ ਸੁਦਾ ਸਰੋਵਰ ਪੁਨ ਚਲ ਤੇ ਆਵਹੀ। ਗੁਰੂ ਸਾਹਿਬ ਜੀ ਦੁਪਹਿਰ ਵੇਲੇ ਬਾਣੀ ਨੂੰ ਲਿਖਵਾ ਦਿੱਤੇ ਅੰਮ੍ਰਿਤਸਰ ਸਰੋਵਰ ਦੇ ਦਰਸ਼ਨਾਂ ਦੇ ਲਈ ਆਉਂਦੇ ਹਨ। ਕਰਹੀ ਪ੍ਰਦਰਸ਼ਨ ਸੀਸ ਨਿਵਾਵਹੀ। ਤੇ ਉਸ ਸਮੇਂ ਗੁਰੂ ਸਾਹਿਬ ਜੀ ਸਰੋਵਰ ਦੇ ਦਰਸ਼ਨ ਕਰਤੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਤੇ, ਪਰਿਕਰਮਾ ਕਰਦੇ ਨੇ ਤੇ ਪਿਤਾ ਗੁਰੂ ਜੀ ਦੇ ਅਸਥਾਨ ਨੂੰ ਨਮਸਕਾਰ ਕਰਦੇ ਹਨ, ਸੀਸ ਝੁਕਾਉਂਦੇ ਹਨ। ਬੈਠੇ ਜਬਹਿ ਸੰਗਤਾ ਬ੍ਰਿੰਦ। ਜਦੋਂ ਦੁਰਮਤ ਪਿਆਰਿਓ ਗੁਰੂ ਜੀ ਆਉਂਦੇ ਹਨ, ਬਹੁਤੀਆਂ ਸੰਗਤਾਂ, ਬਹੁਤੀ ਜਿਹੜੇ ਸੇਵਕ ਹਨ, ਦਾਸ ਹਨ, ਗੁਰੂ ਜੀ ਦੇ ਇੰਤਜ਼ਾਰ ਦੇ ਤਾਈਂ, ਦਰਸ਼ਨਾਂ ਦੇ ਤਾਈਂ ਵਿਰਾਜਮਾਨ ਹੁੰਦੇ ਹਨ। ਦਰਸ ਹੈ ਸਤਿਗੁਰ ਚੰਦ ਮਨਿੰਦ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ, ਜਿਹੜੇ ਗੁਰੂ ਜੀ ਦਾ ਸਰੂਪ ਚੰਦਰਮਾ ਦੀ ਨਿਆਈ ਹੈ, ਬਹੁਤਾ ਰੋਸ਼ਨੀ ਦਾਇਤ ਹੈ, ਰੋਸ਼ਨੀ ਪ੍ਰਕਾਸ਼ ਕਰਨ ਵਾਲਾ ਹੈ। ਹਰ ਮੰਦਰ ਮਹਿ ਹੋਏ ਦਰਬਾਰੇ। ਤੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਰਬਾਰ ਲਾਉਂਦੇ ਹਨ, ਸੰਗਤਾਂ ਦਾ ਇਕੱਠ ਕਰਕੇ ਬਾਣੀ ਨੂੰ ਸਰਵਣ ਕਰਾਉਂਦੇ ਹਨ, ਗੁਰੂ ਇਤਿਹਾਸ ਦੀ ਜਿਹੜੀ ਕਥਾ ਵਿਚਾਰ ਕਰਦੇ ਹਨ। ਥਿਤ ਮਸੰਦ ਅਰਦਾਸ ਉਚਾਰੇ। ਜਿਹੜੇ ਗੁਰੂ ਜੀ ਦੇ ਕੋਲ ਮਸੰਦ ਹਨ, ਉਹਨਾਂ ਨੇ ਗੁਰੂ ਜੀ ਦੇ ਤਾਈਂ ਬੇਨਤੀ ਕੀਤੀ ਹੈ। ਆਏ ਉਪਾਇਨ ਪਾਇਨ ਅਰਪ ਇਹ ਹੈ। ਬੇਨਤੀ ਕੀਤੀ ਹੈ ਤੇ ਸਹਿਤੀ ਬਹੁਤੀਆਂ ਸੁੰਦਰ ਭੇਟਾਵਾਂ ਅਨੇਕਾਂ ਹੀ ਨਾਨਾ ਪ੍ਰਕਾਰ ਦੀਆਂ ਲਿਆਏ ਹਨ। ਸੁਰ ਸਮੁਦਾਇ ਜਾਏ ਜਿਮ ਹਰ ਪਹਿ। ਜਿਸ ਤਰ੍ਹਾਂ ਦੁਰਮਤ ਪਿਆਰਿਓ ਬਹੁਤੇ ਦੇਵਤਿਆਂ ਦੀ ਸਭਾ, ਬਹੁਤੇ ਦੇਵਤਿਆਂ ਦੀ ਸਭਾ ਵਿਸ਼ਨੂੰ ਤੇ ਤੋਲ ਜਾਂਦੀ ਹੈ, ਵਿਸ਼ਨੂੰ ਦੇ ਦਰਬਾਰ ਦੇ ਵਿੱਚ ਜਾਂਦੀ ਹੈ। ਦਇਆ ਧਾਰ ਦਰਸ਼ਨ ਕੋ ਦੇਤ। ਇਸੇ ਤਰੀਕੇ ਦੇ ਨਾਲ ਜਿਤਨੀਆਂ ਵੀ ਸਿੱਧ ਸੰਗਤਾਂ ਹਨ, ਮਸੰਦ ਜਨ ਹਨ, ਸਾਰੇ ਹੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਜਾਂਦੇ ਹਨ। ਗੁਰੂ ਜੀ ਸਾਰਿਆਂ ਨੂੰ ਪ੍ਰੇਮ ਭਰੇ ਦਰਸ਼ਨ ਬਖਸ਼ਦੇ ਹਨ। ਸਿੱਖ ਦੇਖਤ ਮਨ ਬਾਂਛਤ ਲੇਤ। ਜਦੋਂ ਸਿੱਧ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ, ਜੋ ਵੀ ਇੱਛਾ ਦੇ ਅਨੁਸਾਰ ਮੰਗਦੇ ਹਨ, ਗੁਰੂ ਜੀ ਸਾਰਿਆਂ ਨੂੰ ਮਨ ਦੀ ਇੱਛਾ ਅਨੁਸਾਰ ਬਖਸ਼ਦੇ ਹਨ। ਏਕ ਜਾਮ ਤਹ ਬੈਠ ਬਿਤਾਵਹੀ। ਤੇ ਇਤ ਪਹਿਰ ਧੜੀ ਦਾ ਗੁਰੂ ਸਾਹਿਬ ਜੀ ਨੇ ਦਰਬਾਰ ਸਾਹਿਬ ਰਹਿ ਤਰਤੇ ਬਿਤਾਉਣਾ ਕੀਤਾ ਹੈ। ਪੁਨ ਤੰਬੂ ਦਿਸ ਕੋ ਚਲ ਆਵਹੀ। ਨਾਮ ਸਰੋਵਰ ਜਿੱਥੇ ਸਥਾਪਿਤ ਹੋਣਾ ਸੀ, ਉਸ ਸਰੋਵਰ ਦੇ ਕੰਢੇ ਦੇ ਵਿੱਚ ਤੰਬੂ ਲਾ ਕੇ ਜਿੱਥੇ ਵਿਰਾਜਮਾਨ ਸਨ, ਉੱਥੇ ਚੱਲ ਤੇ ਆਏ ਹਨ। ਰਾਤ ਦਿਵਸ ਬੀਤਹਿ ਵਿੱਚ ਡੇਰੇ। ਤੇ ਰਾਤ ਤੇ ਦਿਨ ਉਸ ਸਮੇਂ ਡੇਰੇ ਦੇ ਬਤੀਤ ਕੀਤਾ ਹੈ। ਸ਼ਬਦ ਬਣਾਏ ਲਿਖਾਏ ਕਨੇਰੇ। ਅਨੇਕਾਂ ਹੀ ਤਰੀਕਿਆਂ ਦੇ ਮੁਕਤੀ ਦੇਣ ਵਾਸਤੇ ਸ਼ਬਦ ਬਣਾਏ ਹਨ, ਜਿਹੜੇ ਬਹੁਤੇ ਸੁੰਦਰ ਹਨ, ਜਿਨ੍ਹਾਂ ਦੀ ਰਚਨਾਵਲੀ ਬਹੁਤ ਹੀ ਸ੍ਰੇਸ਼ਟ ਹੈ। ਭਗਤ ਵਿਰਾਗ ਗਿਆਨ ਗੁਣ ਸਾਰੀ। ਇਹੋ ਜਿਹੇ ਮਹਾਨ ਭਗਤ ਜਿਨ੍ਹਾਂ ਦੇ ਵਿੱਚ ਬਹੁਤਾ ਗਿਆਨ ਹੈ, ਉਹਨਾਂ ਦੇ ਧਿਆਨ ਦੇ ਸਹਿਤ ਜਿਹੜੀ ਇਹ ਬਾਣੀ ਹੈ ਉਚਾਰਦੇ ਹਨ। ਭਾਵ ਜੋ ਭਗਤਾਂ ਨੇ ਰਚਨਾਵਲੀ ਕੀਤੀ ਹੈ, ਉਸ ਬਾਣੀ ਦੇ ਜਰੀਆ ਹੋਰ ਵੀ ਜਿਹੜੀ ਬਾਣੀ ਹੈ ਉਸ ਦੇ ਆਧਾਰ ਤੇ ਉਚਾਰਦੇ ਹਨ। ਨਾਨਾ ਵਿਦਨ ਬਣਾਵਹਿ ਬਾਣੀ। ਅਨੇਕਾਂ ਹੀ ਤਰੀਕਿਆਂ ਦੇ ਨਾਲ ਬਾਣੀ ਦੀ ਰਚਨਾ ਕਰਦੇ ਹਨ। ਇਸ ਪ੍ਰਕਾਰ ਨਿਤ ਪ੍ਰਤ ਵਿਵਹਾਰੇ। ਇਸੇ ਤਰੀਕੇ ਦੇ ਨਾਲ ਤੰਬੂ ਦੇ ਵਿੱਚ ਵਿਰਾਜ ਕਰਤੇ ਨਿਤਾ ਪ੍ਰਤੀ ਇਹ ਵਿਵਹਾਰ ਕਰਦੇ ਹਨ ਬਾਣੀ ਰਚਨ ਦਾ। ਕਿਤਕ ਦਿਵਸ ਸਤ ਗੁਰੂ ਗੁਜਾਰੇ। ਗੁਰੂ ਸਾਹਿਬ ਜੀ ਨੇ ਇਸੇ ਤਰੀਕੇ ਦੇ ਨਾਲ ਤਿਤਨਾ ਸਮਾਂ ਉਸ ਤੰਬੂ ਦੇ ਵਿੱਚ ਰਹਿ ਤਰਤੇ ਗੁਜ਼ਾਰਨਾ ਕੀਤੇ ਹਨ। ਲਿਖੇ ਸ਼ਬਦ ਭਗਤਨ ਤੇ ਜਬੈ। ਜਦੋਂ ਭਗਤ ਜਨਾਂ ਤੋਂ ਭਗਤ ਜਨ ਰੋਜ਼ ਹੀ ਆਉਂਦੇ ਸਨ ਗੁਰੂ ਜੀ ਦੇ ਦਰਸ਼ਨਾਂ ਦੇ ਤਾਈਂ, ਤੇ ਰੋਜ਼ ਹੀ ਗੁਰੂ ਸਾਹਿਬ ਜੀ ਉਹਨਾਂ ਤੋਂ ਉਹਨਾਂ ਦੀ ਬਾਣੀ ਲਿਖਵਾ ਲੈਂਦੇ ਸਨ। ਪੱਤਰ ਦੇ ਉੱਤੇ ਇਹ ਪੱਤਰਤਾ ਦੇ ਉੱਤੇ ਲਿਖਵਾ ਲੈਂਦੇ ਸਨ। ਤੇ ਜਦੋਂ ਸਾਰੀ ਬਾਣੀ ਗੁਰੂ ਜੀ ਨੇ ਲਿਖਵਾਈ ਹੈ, ਕਹਿ ਗੁਰਦਾਸ ਬਿਸਮ ਉਰ ਤਬੈ। ਤੇ ਉਸ ਸਮੇਂ ਜਦੋਂ ਭਾਈ ਗੁਰਦਾਸ ਜੀ ਤੋਂ ਵੀ ਇਹ ਬਾਣੀ ਲਿਖਣ ਦੇ ਵਾਸਤੇ ਤਈ ਹੈ, ਤੇ ਭਾਈ ਗੁਰਦਾਸ ਜੀ ਜਦੋਂ ਬਾਣੀ ਲਿਖਣ ਲੱਗੇ ਹਨ ਤੇ ਹਿਰਦੇ ਦੇ ਵਿੱਚ ਬਹੁਤੇ ਹੈਰਾਨ ਹੋਏ ਹਨ। ਪੰਚੋ ਪਾਤਸ਼ਾਹ ਕੀ ਗਿਰਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਖਦੇ ਨੇ ਪੰਜ ਸ਼ਬੀਰਾਂ ਕਰਤੇ ਆਪ ਜੀ ਦੇ ਜਿਹੜੇ ਪਵਿੱਤਰ ਬਚਨ ਹਨ। ਅੰਤ ਨਾਮ ਸ੍ਰੀ ਨਾਨਕ ਧਰਾ। ਆਪ ਜੀ ਨੇ ਵੀ ਜਿਹੜੀ ਬਾਣੀ ਉਚਾਰੀ ਆ, ਪਹਿਲੇ ਗੁਰੂ ਤੋਂ ਲੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵੀ ਜਿਹੜੀ ਬਾਣੀ ਉਚਾਰੀ ਹੈ, ਅਖੀਰ ਵੇਲੇ ਉਹਨਾਂ
ਸ਼ਬਦਾਂ ਦੇ ਨਾਨਕ ਨਾਮ ਦਾ ਉਪਯੋਗ ਹੁੰਦਾ ਹੈ। ਨਾਨਕ ਨਾਮ ਉਸ ਸ਼ਬਦ ਦੇ ਅੰਤ ਦੇ ਵਿੱਚ ਲਿਖਿਆ ਜਾਂਦਾ ਹੈ। ਅਬ ਹੀ ਆਪ ਭਗਤਨ ਕੇ ਨਾਮੂ। ਹੁਣ ਆਪ ਜੀ ਇਸ ਬਾਣੀ ਦੇ ਅਖੀਰ ਵੇਲੇ ਜਿਹੜੇ ਭਗਤ ਜਨ ਹਨ ਉਹਨਾਂ ਦਾ ਨਾਮ ਲਿਖਣ ਦੇ ਤਾਈਂ ਆਖਦੇ ਹੋ। ਅੰਤ ਸ਼ਬਦ ਕੇ ਧਰੋ ਪਿਰਾਮੂ। ਤੇ ਆਖਰੀ ਸ਼ਬਦ ਦੇ ਵਿੱਚ ਭਗਤ ਜਨਾਂ ਦਾ ਨਾਮ ਧਰਨ ਦੇ ਵਾਸਤੇ ਕਿਉਂ ਆਖਦੇ ਹੋ ਦੱਸਣਾ ਕਰੋ। ਦੀਖਤ ਇਹਾਂ ਭਗਤ ਨਹਿ ਕੋਈ। ਪਰ ਸਾਨੂੰ ਤਾਂ ਇੱਥੇ ਕੋਈ ਵੀ ਭਗਤ ਨਹੀਂ ਵੇਖਦਾ, ਕੋਈ ਵੀ ਭਗਤ ਜਨ ਸਾਨੂੰ ਦਿਖਾਈ ਨਹੀਂ ਦਿੰਦਾ ਹੈ। ਸ੍ਰੀ ਗੁਰ ਜੀ ਸੰਸੈ ਦਿਖ ਖੋਈ। ਗੁਰੂ ਸਾਹਿਬ ਜੀ ਕਿਰਪਾ ਕਰੋ, ਜਿਹੜਾ ਇਹ ਸ਼ੰਤਾ ਵੱਜ ਰਿਹਾ ਇਸ ਨੂੰ ਨਾਸ਼ ਕਰਨਾ ਕਰੋ। ਸ੍ਰੀ ਅਰਜਨ ਤਬ ਬਾਕ ਬਖਾਨੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਦਵਿਦਾਸ ਜੀ ਦਾ ਸ਼ੰਤਾ ਕੱਢਣ ਦੇ ਵਾਸਤੇ ਪਵਿੱਤਰ ਮੁਖ ਤੋਂ ਬਚਨ ਕਹੇ ਹਨ। ਜੇ ਚਿਤ ਚਾਹਤ ਇਸ ਕਹੋ ਜਾਣੀ। ਜੇ ਤੁਸੀਂ ਸ਼ੰਤਾ ਨਾਸ਼ ਕਰਨਾ ਚਾਹੁੰਦੇ ਹੋ, ਜੇ ਭਗਤ ਜਨਾਂ ਨੂੰ ਜਾਣਨਾ ਚਾਹੁੰਦੇ ਹੋ, ਜੋ ਤਵ ਸਮੈ ਆਗਮਨ ਕੇਰੋ। ਤੇ ਜਿਸ ਸਮੇਂ ਤੁਸੀਂ ਸਾਡੇ ਤੰਬੂ ਦੇ ਵਿੱਚ ਬਾਣੀ ਲਿਖਣ ਦੇ ਕਾਰਨ ਆਉਂਦੇ ਹੋ, ਪ੍ਰਾਤ ਦੋਏ ਕਟਕਾ ਆਓ ਅਗੇਰੋ। ਤੇ ਇਸ ਤਰ੍ਹਾਂ ਤਰਨਾ ਤਰਿਓ ਅਗਲੇ ਦਿਨ ਤਲ ਵੇਲੇ ਅੰਮ੍ਰਿਤ ਵੇਲੇ ਜਦੋਂ ਉੱਠੋਗੇ ਤਾਂ 2 ਘੜੀਆਂ ਸਮਾਂ ਪਹਿਲਾਂ ਹੀ ਸਾਡੇ ਤੋਲ ਚਲ ਤੇ ਆ ਜਾਣਾ ਤਵਿਓ। ਤਬ ਸੰਸੈ ਤੁਮ ਹੋਏ ਬਿਨਾਸੀ। ਤੇ ਤੁਹਾਡੇ ਸ਼ੰਤੇ ਨੂੰ ਨਿਬੇੜ ਦਵਾਂਗੇ, ਤੁਹਾਡਾ ਸ਼ੰਤਾ ਨਾਸ਼ ਕਰਾਂਗੇ। ਸੁਨ ਗੁਰਦਾਸ ਲਹਿਓ ਸੁਖ ਰਾਸੀ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਿਆ ਭਾਈ ਗੁਰਦਾਸ ਜੀ ਨੇ ਸੁਧ ਨੂੰ ਪ੍ਰਾਪਤ ਕੀਤਾ ਹੈ ਕਿ ਜਿਹੜਾ ਮੇਰਾ ਸ਼ੰਤਾ ਹੈ ਨਾਸ਼ ਹੋ ਜਾਣਾ ਤਵੇ ਦਾ ਤਲ ਦੇ ਦੀਵਾਨਾਂ ਦੇ ਅੰਦਰ। ਵਹਿਰ ਕਨਾਤ ਕਿਤਕ ਥਲ ਤਿਆਗਾ। ਤੇ ਉਸ ਸਮੇਂ ਬਹਿਰ ਕਨਾਤ ਭਾਵ ਤੰਬੂ ਤੋਂ ਬਾਹਰ ਤਿਤਨਾਤ ਜਿਹੜਾ ਸਥਾਨ ਸੀ ਗੁਰੂ ਜੀ ਨੂੰ ਤਿਆਗ ਕਰਤੇ ਤੰਬੂ ਹੋਏ ਭਾਈ ਗੁਰਦਾਸ ਜੀ ਨੇ ਜਿਹੜਾ ਬਣਾਇਆ ਸੀ ਉੱਥੇ ਜਾਣਾ ਦਿੱਤੇ ਹਨ। ਤਹ ਭਾਈ ਕੋ ਤੰਬੂ ਲਾਗਾ। ਤੇ ਉੱਥੇ ਭਾਈ ਗੁਰਦਾਸ ਜੀ ਦਾ ਤੰਬੂ ਲੱਦਾ ਹੋਇਆ ਹੈ। ਲਿਖਨ ਸਮੈ ਹਜੂਰ ਚਲ ਆਵਹੀ। ਜਦੋਂ ਲਿਖਣ ਵੇਲੇ ਦਾ ਸਮਾਂ ਹੁੰਦਾ ਸੀ ਤੇ ਭਾਈ ਗੁਰਦਾਸ ਜੀ ਗੁਰੂ ਜੀ ਦੀ ਹਜ਼ੂਰੀ ਦੇ ਚਲ ਤੇ ਆਉਂਦੇ ਸਨ। ਨਾ ਤੁਰ ਤਿਸ ਮਹਿ ਦਿਵਸ ਬਿਤਾਵਹੀ। ਤਾਂ ਆਪਣੇ ਤੰਬੂ ਦੇ ਵਿੱਚ ਰਹਿ ਤੇ ਦਿਨ ਬਤੀਤ ਕਰਦੇ ਸਨ। ਸੁਨ ਸਤਿਗੁਰ ਕੇ ਬਾਕ ਅਸ਼ੇਰੇ। ਜਦੋਂ ਗੁਰੂ ਜੀ ਦੇ ਚੰਦੇ ਅੱਛੇ ਬਚਨਾਂ ਨੂੰ ਸੁਣਨਾ ਕੀਤਾ ਹੈ, ਤਬ ਭਾਈ ਗਮਨਿਓ ਨਿਜ ਡੇਰੇ। ਤੇ ਉਸ ਸਮੇਂ ਭਾਈ ਗੁਰਦਾਸ ਜੀ ਗੁਰੂ ਜੀ ਦੇ ਦੇਵੇ ਦੇ ਵੱਲ, ਗੁਰੂ ਜੀ ਦੇ ਤੰਬੂ ਦੇ ਵੱਲ ਜਾਂਦੇ ਸਨ। ਸੁਭਤ ਜਥਾ ਸੁਖ ਨਿਸਾ ਬਿਤਾਈ। ਸੌ ਤਰ ਤੇ ਉਸ ਸਮੇਂ ਸੌਥੇ ਤਰੀਕੇ ਦੇ ਨਾਲ ਰਾਤ ਬਤੀਤ ਕੀਤੀ ਹੈ। ਰਹੀ ਜਾਮ ਕੇ ਸੋਚ ਬਣਾਈ। ਇਹ ਜਦੋਂ ਦੁਰਮਤ ਪਿਆ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਹੈ, ਸੌਚ ਇਸ਼ਨਾਨ ਕੀਤੇ ਹਨ। ਗੁਰ ਟਿਕ ਪਹੁੰਚਨ ਸਮੈ ਲਖਾਇਓ। ਜਦੋਂ ਗੁਰੂ ਜੀ ਦੇ ਤੋਲ ਪਹੁੰਚਣ ਦਾ ਸਮਾਂ ਜਾਣਨਾ ਕੀਤਾ ਹੈ, ਦੁਐ ਕਟਕਾ ਆਗੇ ਚਲ ਆਇਓ। ਇਹ ਜਾਣਿਆ ਹੈ ਕਿ ਥੋੜੇ ਸਮੇਂ ਬਾਅਦ ਗੁਰੂ ਜੀ ਦੇ ਤੋਲ ਜਾਣ ਦਾ ਸਮਾਂ ਹੋ ਜਾਵੇਗਾ। ਪਰ ਗੁਰੂ ਜੀ ਦੇ ਬਚਨਾਂ ਨੂੰ ਚੇਤੇ ਕਰਕੇ 2 ਘੜੀਆਂ ਪਹਿਲਾਂ ਜਾਣ ਦਾ ਨਿਸ਼ਚਾ ਕੀਤਾ। ਤਿਸ ਸਿਨ ਸਤਿਗੁਰ ਕੇ ਚਾਹੁੰਦੇ ਸਮੈ। ਉਸ ਸਮੇਂ ਗੁਰੂ ਜੀ ਦੇ ਚਾਵੇ ਦਿਸ਼ਾਵਾਂ ਦੇ ਵੱਲ ਤੰਬੂ ਦੇ ਚਾਵੇ ਬਣੇ। ਚਰਚਾ ਕਰਤ ਭਗਤ ਪ੍ਰਭ ਰਸ ਮੈਂ। ਤੇ ਜਿਹੜੇ ਭਗਤ ਜਨ ਹਨ ਬਹੁਤੇ ਰਸ ਦੇ ਸਹਿਤ ਚਰਚਾ ਵਿਚਾਰ ਕਰਦੇ ਸਨ। ਸਹਿਮ ਰਹਿਓ ਠਾਂਡੋ ਤਿਸ ਥਾਈ। ਤੇ ਉਸ ਸਮੇਂ ਇਕਦਮ ਸਹਿਮ ਦਿਆ ਹੈ ਕਿ ਜਿਹੜੇ ਭਗਤ ਜਨ ਨੇ ਗੁਰੂ ਜੀ ਦੇ ਨਾਲ ਚਰਚਾ ਕਰ ਰਹੇ ਹਨ ਤੇ ਠਾਂਡੋ ਤੇ ਸਮਾਈ ਉਸ ਸਮੇਂ ਤੰਬੂ ਦੇ ਬਾਹਰ ਵਾਲੇ ਬੰਨੇ ਖਲੋ ਜਾਣਾ ਕੀਤਾ ਹੈ। ਜਹ ਦਰ ਹੁਤੋ ਆਈ ਬੈ ਜਾਈ। ਜਿੱਥੇ ਦੁਰਮਤ ਪੇ ਆਇਓ ਦਰਵਾਜ਼ਾ ਸੀ ਉੱਥੇ ਜਾ ਕੇ ਤੇ ਖਲੋ ਦਿਆ, ਅੰਦਰ ਨਹੀਂ ਦਿਆ ਹੈ। ਉਠੇ ਭਗਤ ਨਿਜ ਸਦਨ ਸਿਧੈ ਬੇ। ਜਦੋਂ ਦੁਰਮਤ ਪੇ ਆਇਓ ਵਾਰਤਾਲਾਪ ਸੰਪੂਰਨ ਹੋਈ ਹੈ, ਸਮਾਪਤੀ ਦੇ ਵੇਲੇ ਭਗਤ ਜਨ ਆਪਣੇ ਘਰ ਨੂੰ ਜਦੋਂ ਜਾਣ ਲੱਗੇ ਹਨ, ਤਬ ਗੁਰਦਾਸ ਸਰਬ ਦਰਸ ਮੈਂ। ਤੇ ਉਸ ਸਮੇਂ ਦਰਸੈਬੈ ਸਾਰੇ ਹੀ ਭਗਤਾਂ ਦੇ ਦਰਸ਼ਨ ਭਾਈ ਗੁਰਦਾਸ ਜੀ ਨੇ ਕਰਨਾ ਕੀਤੇ ਹਨ। ਭਗਤ ਕਬੀਰ ਆਦ ਜੇ ਸਗਰੇ। ਭਗਤ ਕਬੀਰ ਜੀ, ਰਾਮਾਨੰਦ ਜੀ ਇਤਿਆਦਿਕ ਜਿਤਨੇ ਵੀ 15 ਭਗਤ ਹਨ ਤੇ 4 ਭਗਤ ਜਿਹੜੇ ਹੋਰ ਹਨ। ਦੇਖਤ ਜਾਨੀ ਅਬ ਇਹੋ ਡਗਰੇ। ਇਹ ਵੇਖ ਤੇ ਜਾਣਿਆ ਹੈ ਕਿ ਹੁਣ ਤਾਂ ਭਗਤ ਜਨ ਗੁਰੂ ਜੀ
ਦੇ ਨਾਲ ਚਰਚਾ ਵਿਚਾਰ ਕਰਤੇ ਆਪਣੇ ਘਰਾਂ ਨੂੰ ਚੱਲੇ ਹਨ, ਰਾਹ ਪਏ ਹਨ। ਧਾਏ ਪਰਿਉ ਚਰਨਨ ਸਭ ਹੀ ਤੇ ਕੇ, ਛੇਤੀ ਦੇ ਨਾਲ ਭੱਜ ਤੇ ਭਾਈ ਦੁਰਦਾਸ ਜੀ ਭਗਤ ਜਨਾਂ ਦੀ ਸ਼ਰਨ ਪੈ ਦਿਆ ਚਰਨਾਂ ਦੇ ਵਿੱਚ ਪਿਆ ਹੈ। ਜੋਰ ਹਾਥ ਬੰਧਨ ਕਰਨੀ ਕੇ, ਹੱਥ ਜੋੜ ਕਰਤੇ ਚੰਦੇ ਤਵੀਤੇ ਦੇ ਨਾਲ ਭਗਤ ਜਨਾਂ ਨੂੰ ਨਮਸਕਾਰ ਕੀਤੀ, ਪ੍ਰਣਾਮ ਕੀਤਾ ਹੈ। ਤਬ ਸਭ ਭਗਤਨ ਇਸ ਕੋ ਬੰਦਿਓ, ਉਸ ਸਮੇਂ ਸਾਰੇ ਭਗਤਾਂ ਨੇ ਇਸ ਦੇ ਨਾਲ ਬੰਦਨਾ ਕੀਤੀ। ਪਾ ਜਦੋਂ ਇਸ ਨੇ ਨਮਸਕਾਰ ਕੀਤੀ ਤੇ ਉਹਨਾਂ ਨੇ ਵੀ ਨਮਸਕਾਰ ਦਾ ਜਵਾਬ ਦਿੱਤਾ ਹੈ, ਨਮਸਕਾਰ ਕੀਤੀ ਹੈ। ਕੁਸ਼ਲ ਪ੍ਰਸ਼ਨ ਤੇ ਅਧਿਕ ਆਨੰਦਿਓ, ਤੇ ਕੁਸ਼ਲ ਪ੍ਰਸ਼ਨ ਪੁੱਛੇ ਹਨ ਤੇ ਬਹੁਤਾ ਆਨੰਦ ਧਾਰਨਾ ਕੀਤਾ ਹੈ। ਨਿਜ ਨਿਜ ਨਾਮ ਸੁਨਾਵਨ ਕਰਿਓ, ਤੇ ਸਾਰੇ ਭਗਤ ਜਨਾਂ ਨੇ ਆਪਣੇ ਆਪਣੇ ਨਾਮ ਭਾਈ ਦੁਰਦਾਸ ਜੀ ਨੂੰ ਸੁਣਾਏ ਹਨ। ਮਿਲੇ ਸਕਲ ਔਰ ਸੰਸੈ ਹਰਿਓ, ਜਦੋਂ ਸਾਰੇ ਹੀ ਭਗਤ ਜਨ ਮਿਲੇ ਨੇ ਤੇ ਹਿਰਦੇ ਦਾ ਜਿਹੜਾ ਸੰਤਤ ਸੀ, ਜਿਹੜਾ ਸ਼ੰਤਾ ਵੱਜਾ ਹੋਇਆ ਸੀ, ਇਹ ਨਾਸ਼ ਹੋਇਆ ਹੈ। ਬਹੁਰ ਆਪਣੀ ਧਾਮ ਸਿਧਾਰੀ, ਫਿਰ ਜਿਹੜੇ ਭਗਤ ਜਨ ਹਨ ਉਹ ਆਪਣੇ ਘਰੇ ਚਲੇ ਗਏ ਹਨ। ਡਰ ਤਰ ਕਰ ਗੁਰਦਾਸ ਵਿਚਾਰੀ, ਤੇ ਭਾਈ ਦੁਰਦਾਸ ਜੀ ਨੇ ਹਿਰਦੇ ਦੇ ਡਰ ਧਾਰਨ ਕਰਤੇ ਵਿਚਾਰ ਕੀਤੀ ਹੈ। ਹਮ ਟਿਕ ਪਹੁੰਚਾਓ ਗੁਰ ਫਰਮਾਇਓ, ਕੀ ਵਿਚਾਰ ਕੀਤੀ ਹੈ ਕਿ ਗੁਰੂ ਜੀ ਨੇ ਮੈਨੂੰ ਪਿਛਲੇ ਦੀਵਾਨਾਂ ਦੇ ਵਿੱਚ ਕਿਹਾ ਸੀ ਕਿ ਸਾਡੇ ਕੋਲ 2 ਘੜੀਆਂ ਸਮਾਂ ਪਹਿਲਾਂ ਪਹੁੰਚ ਜਾਣਾ ਤਵਿਓ। ਮੈਂ ਨਾ ਗਹਿਓ ਨਾ ਦਰਸ਼ਨ ਪਾਇਓ, ਤੇ ਮੈਂ ਗੁਰੂ ਜੀ ਦੇ ਕੋਲ 2 ਘੜੀਆਂ ਸਮਾਂ ਪਹਿਲਾਂ ਦਿਆ ਨਹੀਂ ਤੇ ਨਾ ਹੀ ਉਹਨਾਂ ਦੇ ਕੋਲ ਮੈਂ ਰਹਿ ਤੇ ਭਗਤ ਜਨਾਂ ਦੇ ਦਰਸ਼ਨ ਕੀਤੇ। ਜਦੋਂ ਜਾਣ ਲੱਗੇ ਸਨ ਭਗਤ ਜਨ, ਉਸ ਸਮੇਂ ਮੈਂ ਭਗਤ ਜਨਾਂ ਦੇ ਦਰਸ਼ਨ ਕੀਤੇ ਸਨ, ਗੁਰੂ ਜੀ ਦਾ ਬਚਨ ਨਹੀਂ ਤਮਾਇਆ ਹੈ। ਤਬ ਤੂਰਨ ਕੀ ਨਿਕਟ ਪਿਆਨਾ, ਤੇ ਉਸ ਸਮੇਂ ਡਰ ਨੂੰ ਧਾਰਨ ਕਰਤੇ ਛੇਤੀ ਦੇ ਨਾਲ ਕਾਲੀ ਦੇ ਨਾਲ ਗੁਰੂ ਜੀ ਦੇ ਕੋਲ ਗਏ ਹਨ। ਬੰਧਨ ਕੀਨ ਬੰਦ ਜੁਗ ਪਾਨਾ, ਦੋਵੇਂ ਹੱਥ ਜੋੜ ਕਰਤੇ ਗੁਰੂ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ ਹੈ। ਮਹਿਮਾ ਲਖੀ ਮਹਿਦ ਮਹੀਆਨਾ, ਗੁਰੂ ਜੀ ਤੁਹਾਡੀ ਮਹਿਮਾ ਤਾਂ ਮੈਂ ਬਹੁਤ ਹੀ ਵੱਡੀ ਜਾਣੀ ਹੈ, ਮਹਾਨ ਤੋਂ ਵੀ ਅਪਰਾਧ ਹੈ ਜਿਹੜੀ ਆਪ ਜੀ ਦੀ ਮਹਿਮਾ। ਖਰੋ ਹੋਏ ਗੁਰ ਸੋ ਜਸ ਬਖਾਨਾ, ਤੇ ਖਲੋ ਤੇ ਭਾਈ ਦੁਰਦਾਸ ਜੀ ਨੇ ਉਸ ਸਮੇਂ ਬਹੁਤਾ ਹੀ ਜਿਹੜਾ ਗੁਰੂ ਦਾ ਜਸ ਹੈ ਵਰਣਨ ਕੀਤਾ ਹੈ। ਨਿਰੰਕਾਰ ਕੇ ਤੁਮ ਆਕਾਰਾ, ਤੇ ਆਪ ਜੀ ਤਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਹੋ, ਉਸ ਦਾ ਹੀ ਰੂਪ ਆਪ ਜੀ ਹੋ। ਸਰਗੁਣ ਰੂਪ ਵਿਸ਼ਨ ਤਨ ਧਾਰਾ, ਤੇ ਆਪ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਇਸ ਸੰਸਾਰ ਤੇ ਆ ਕੇ ਧਾਰਿਆ ਹੈ। ਸਤਜੁਗ ਮਹਿ ਬਾਵਨ ਬਪ ਪਾਵਨ, ਤੇ ਆਪ ਜੀ ਦਾ ਸਰੂਪ ਤਾਂ ਇਸ ਤਰ੍ਹਾਂ ਦਾ ਹੈ ਕਿ ਆਪ ਜੀ ਦਾ ਸਰੂਪ ਜਦੋਂ ਤੋਂ ਦੁਨੀਆ ਚੱਲਦੀ ਆਵੇ ਉਸ ਸਮੇਂ ਤੋਂ ਹੀ ਹੈ। ਸਤਜੁਗ ਦੇ ਵਿੱਚ ਆਪ ਜੀ 52 ਰੂਪ ਹੋ ਤੇ ਦੁਨੀਆ ਤੇ ਵਰਤੇ ਸੋ। ਮਾਪੇ ਤੀਨ ਲੋਕ ਤ੍ਰੈ ਪਾਵਨ, ਤੇ ਤਿੰਨਾਂ ਕਰਮਾਂ ਦੇ ਵਿੱਚ 3 ਕਦਮਾਂ ਦੇ ਵਿੱਚ ਤੁਸੀਂ ਤਿੰਨਾਂ ਲੋਕਾਂ ਨੂੰ ਨਾਪ ਲਿਆ ਸੀ ਕਿਉਂ ਤੀ ਦੁਰਮਤ ਪਿਆਰਿਓ। ਜਦੋਂ 52 ਰਾਜੇ ਨੇ ਵਾਹਿਗੁਰੂ ਜਦੋਂ ਦੁਰਮਤ ਪਿਆਰਿਓ ਉਸ ਸਮੇਂ ਰਾਜੇ ਨੇ 101 ਯਾਦ ਕਰਾਉਣਾ ਕੀਤੇ ਤੇ 101 ਯਾਦ ਸੰਪੂਰਨ ਹੋਣ ਵਾਲਾ ਸੀ। ਇੰਦਰ ਦੀ ਪਦਵੀ ਦੀ ਇੱਛਾ ਦੇ ਤਾਈਂ ਜਦੋਂ 101 ਯਾਦ ਸੰਪੂਰਨ ਹੋਣ ਵਾਲਾ ਸੀ ਉਸ ਸਮੇਂ 52 ਅਵਤਾਰ ਜੀ ਇੱਕ ਪੰਡਿਤ ਦਾ ਰੂਪ ਧਾਰ ਤੇ ਆਏ। ਛੋਟਾ ਜਾਂ ਮਧਰਾ ਜਾਂ ਅਵਤਾਰ ਸੀ ਜਿਨ੍ਹਾਂ ਦਾ, ਤੇ ਉਸ ਸਮੇਂ ਉਹਨਾਂ ਨੇ ਵੇਦਾਂ ਦੀ ਪ੍ਰਿਯ ਬਾਣੀ ਨੂੰ ਬਹੁਤੇ ਸੁੰਦਰ ਢੰਗ ਦੇ ਨਾਲ ਗਾਇਨ ਕੀਤਾ। ਤੇ ਉਸ ਸਮੇਂ ਜਦੋਂ ਰਾਜੇ ਨੇ ਵੇਤਨਾ ਕੀਤਾ, ਬਲ ਰਾਜੇ ਨੇ ਕਹਿਣਾ ਕੀਤਾ ਤੁਸੀਂ ਤਾਂ ਬਹੁਤੇ ਸ੍ਰੇਸ਼ਟ ਹੋ, ਬਹੁਤੀ ਤੁਹਾਡੀ ਬਾਣੀ ਬਹੁਤ ਹੀ ਸੁੰਦਰ ਹੈ ਤੇ ਇਸ ਤਰ੍ਹਾਂ ਕਰੋ ਮੇਰੇ ਦਰਵਾਜ਼ੇ ਤੇ ਰਹਿ ਤੇ ਹੀ ਬਾਣੀ ਨੂੰ ਗਾਇਨ ਕਰੋ। ਤੇ ਉਸ ਸਮੇਂ ਜਦੋਂ ਬਾਣੀ ਨੂੰ ਗਾਇਨ ਕਰਨ ਦੀ ਗੱਲ ਕੀਤੀ ਹੈ ਤੇ ਉਸ ਸਮੇਂ ਆਤਨਾ ਕੀਤਾ ਕਿ ਮੈਨੂੰ ਥੋੜੀ ਜਿਹੀ ਜਗ੍ਹਾ ਦੇ ਦਵੋ, 3 ਕਦਮ ਮੈਨੂੰ ਜਗ੍ਹਾ ਚਾਹੀਦੀ ਹੈ ਪਰ ਮੈਂ ਲਵਾਂਗਾ ਆਪਣੇ ਕਦਮਾਂ ਦੇ ਅਨੁਸਾਰ। ਤੇ ਰਾਜੇ ਨੇ ਆਖਿਆ ਠੀਕ ਹੈ, ਮੈਂ ਤਾਂ ਬਹੁਤ ਦਾਨੀ ਆ, ਇਹ 3 ਕਦਮਾਂ ਦੀ ਕੀ ਗੱਲ ਕਰਦੇ ਹੋ, ਮੈਂ 3 ਕਦਮ ਚਲੋ ਤੁਹਾਨੂੰ ਦੇ ਦੇਣਾ। ਉਸ ਸਮੇਂ ਦੁਰਮਤ ਪਿਆਰਿਓ ਬਾਲ ਰਾਜੇ ਦੇ ਕਹਿਣ ਤੇ 52 ਅਵਤਾਰ ਨੇ ਆਪਣਾ ਰੂਪ ਬਹੁਤਾ ਵੱਡਾ ਅਵਤਾਰ ਦਾ ਕੀਤਾ ਤੇ ਇੱਕ ਕਦਮ ਦੇ ਵਿੱਚ ਸਾਰਾ ਮਾਤ ਲੋ ਧਰਤੀ ਨੂੰ ਇਤੋਂ ਕਦਮ ਦੇ ਵਿੱਚ ਨਾਪ ਲਿਆ ਤੇ ਦੂਸਰੇ ਕਦਮ ਦੇ ਵਿੱਚ ਸਵਰਗ ਤੇ ਆਦਿਤ ਨਾਪ ਲਏ
ਤੇ ਪੁੱਛਣਾ ਕੀਤਾ ਹੈ ਹੁਣ ਤੀਸਰਾ ਤਦਮ ਕਿੱਥੇ 2.5 ਤਦਮਾਂ ਦੇ ਵਿੱਚ ਜਦੋਂ 2.5 ਅੱਧਾ ਤਦਮ ਬਚਿਆ ਉਸ ਦੇ ਵਿੱਚ ਸਾਰੀ ਧਰਤੀ ਨੂੰ ਵੀ ਨਾਪ ਲਿਆ ਤੇ ਬਚਿਆ ਅੱਧਾ ਤਦਮ ਤੇ ਦੱਸਣਾ ਤਾਂ ਹੁਣ ਕਿੱਥੇ ਰੱਖੀਏ। ਆਖਿਆ ਹੁਣ ਮੇਰੇ ਸਿਰ ਤੇ ਹੱਥ ਦੇਣਾ ਕਰੋ ਤੇ ਜਦੋਂ ਸਿਰ ਤੇ ਰੱਖਿਆ ਤੇ ਪਤਾਲ ਲੋਕ ਦੇ ਵਿੱਚ ਚਲੇ ਗਿਆ ਹੈ ਤੇ ਬਲ ਰਾਜੇ ਨੂੰ ਪਤਾਲ ਲੋਕ ਦਾ ਰਾਜ ਦਿੱਤਾ ਤੇ ਜਦੋਂ 52 ਅਵਤਾਰ ਦੀ ਜਾਨ ਲੱਦੇ ਨੇ ਤੇ ਪੈਰ ਫੜ ਲੈਣਾ ਕੀਤਾ ਤੇ ਕਿੱਥੇ ਜਾਂਦੇ ਹੋ। ਆਪ ਜੀ ਨੇ ਵੀ ਬਚਨ ਕੀਤੇ ਸਨ ਤੀ ਤੇਰੇ ਦੁਆਰ ਤੇ ਰਹਿ ਤੇ ਬਾਣੀ ਦਾ ਗਾਇਨ ਕਰਨ ਦੇ ਆਸਦੇ ਨੇ ਹਜੇ ਤੱਕ ਬਲ ਰਾਜਾ ਜਿਹੜਾ ਨਾ ਬਲ ਰਾਜੇ ਦੇ ਦੁਆਰ ਤੇ 52 ਅਵਤਾਰ ਵੇਦਾਂ ਦੀ ਬਾਣੀ ਨੂੰ ਗਾਉਂਦਾ ਹੈ ਤੇ ਆਖਦੇ ਨੇ ਕਿ 52 ਅਵਤਾਰ ਦੇ ਵਿੱਚ ਹੋ ਤਰਤੇ ਵੀ ਆਪ ਜੀ ਵਰਤੇ ਹੋ ਜਿਨ੍ਹਾਂ ਨੇ 2.5 ਕਦਮਾਂ ਦੇ ਸਾਰੀ ਸ੍ਰਿਸ਼ਟੀ ਨੂੰ ਨਾਪਿਆ। ਇਹੋ ਜਿਹੇ ਜਿਹੜੇ ਮਹਾਨ ਅਵਤਾਰ ਦਾ ਹੀ ਆਪ ਜੀ ਰੂਪ ਹੋ। ਤ੍ਰੇਤੈ ਰਘੁਵਰ ਰੂਪ ਸੁਹਾਵਨ ਤੇ ਤ੍ਰੇਤੇ ਯੁੱਗ ਦੇ ਵਿੱਚ ਆਪ ਜੀ ਰਾਮਚੰਦਰ ਹੋ ਤਰਤੇ ਵਰਤੇ ਹੋ ਪਰ ਆਪ ਜੀ ਸਾਰਿਆਂ ਦੇ ਵਿੱਚ ਹੀ ਵਰਤੇ ਹੋ। ਜਦੋਂ ਰਾਮਚੰਦਰ ਨੇ ਅਵਤਾਰ ਧਾਰਿਆ ਉਦੋਂ ਵੀ ਆਪ ਜੀ ਵਰਤ ਰਹੇ ਸੋ ਉਸ ਦੇ ਵਿੱਚ ਘਾਇ ਅਗਨ ਰਾਖਸ ਜੁਤ ਰਾਵਣ ਤਾਂ ਹੀ ਰਾਖਸ਼ਾਂ ਨੂੰ ਘਾਇਲ ਕੀਤਾ ਹੈ ਨਾਸ਼ ਕੀਤਾ ਹੈ। ਦੁਆਪਰ ਹੋਏ ਕ੍ਰਿਸ਼ਨ ਮੁਰਾਰੀ ਦੁਆਪਰ ਯੁੱਧ ਦੇ ਵਿੱਚ ਆਪ ਜੀ ਕ੍ਰਿਸ਼ਨ ਅਵਤਾਰ ਹੋ ਤਰਤੇ ਮੋਹ ਤਿਆਦ ਦੈਤਾਂ ਨੂੰ ਨਾਸ਼ ਕਰਨ ਵਾਲੇ ਹੋਏ ਹੋ। ਸ਼ਤਰਨ ਸੈਨ ਅਸੰਖ ਸੰਗਾਰੀ ਅਨੇਕਾਂ ਹੀ ਸਤਰੂਆਂ ਦੀ ਵੈਰੀਆਂ ਦੀ ਸੈਨਾ ਨੂੰ ਨਾਸ਼ ਕੀਤਾ ਹੈ। ਅਬ ਕਲ ਯੁਗ ਕੋ ਕਾਲ ਨਿਹਾਰਾ ਹੁਣ ਕਲਯੁਗ ਦਾ ਜਿਹੜਾ ਮਹਾਨ ਸਮਾਂ ਆਉਣਾ ਕੀਤਾ ਵੇਤਿਆ ਹੈ। ਗੁਰੂ ਰੂਪ ਆਪਨ ਕੋ ਧਾਰਾ ਤੇ ਆਪ ਜੀ ਨੇ ਗੁਰੂ ਰੂਪ ਧਾਰ ਤੇ ਕਲਯੁਗ ਦੇ ਸਮੇਂ ਦੇ ਵਿੱਚ ਆਉਣਾ ਕੀਤਾ ਹੈ। ਹਮ ਨਰ ਮੰਦ ਮਤੀ ਨਹਿ ਜਾਣੈ ਅਸੀਂ ਤਾਂ ਮੰਦੀ ਮਤ ਵਾਲਿਆਂ ਇਸ ਗੱਲ ਨੂੰ ਜਾਣਦੇ ਨਹੀਂ ਤੇ ਆਪ ਜੀ ਦਾ ਸਰੂਪ ਤਾਂ ਤੋਂ ਹੀ ਸੰਸਾਰ ਤੇ ਪ੍ਰਗਟ ਹੈ ਤਦੇ ਕਿਸੇ ਰੂਪ ਦੇ ਵਿੱਚ ਆ ਜਾਂਦੇ ਹੋ ਤੇ ਆਪ ਜੀ ਨੇ ਕਲਯੁਗ ਦੇ ਵਿੱਚ ਬੇਦੀ ਬੰਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਧਰਤੇ ਹੁਣ 5ਵੀਂ ਜੋਤ ਦੇ ਵਿੱਚ ਆਪ ਜੀ ਵਿਰਾਜਮਾਨ ਹੋ ਪਰ ਮੰਦੀ ਮਤ ਵਾਲੇ ਇਸ ਗੱਲ ਨੂੰ ਨਹੀਂ ਜਾਣਦੇ ਹਨ। ਤੁਮਰੀ ਮਹਿਮਾ ਮਹਤ ਮਹਾਨੈ ਪਰ ਜਿਹੜੀ ਤੁਹਾਡੀ ਮਹਿਮਾ ਹੈ ਬਹੁਤ ਹੀ ਮਹਾਨ ਹੈ ਆਪਣਾ ਪ੍ਰਾਰ ਹੈ। ਬਖਸ਼ੋ ਫੂਲ ਦਇਆ ਸਿੰਧ ਮੇਰੀ ਤੇ ਹੁਣ ਗੁਰੂ ਸਾਹਿਬ ਜੀ ਕਿਰਪਾ ਦੇ ਸਾਦਰ ਇਸ ਤਰ੍ਹਾਂ ਤੋਂ ਜਿਹੜੀ ਮੇਰੀ ਭੁੱਲ ਹੈ ਇਸ ਨੂੰ ਬਖਸ਼ ਦੇਣਾ ਕਰੋ ਮੈਨੂੰ ਖਿਮਾ ਕਰੋ। ਦਾਸ ਜਾਨ ਰਖ ਲਾਜ ਬਡੇਰੀ ਤੇ ਆਪਣਾ ਸੇਵਕ ਦਾਸ ਜਾਨ ਤੇ ਮੇਰੀ ਰੱਖਿਆ ਕਰੋ ਮੇਰੀ ਲਾਜ ਪਤ ਰੱਖੋ। ਸ੍ਰੀ ਅਰਜਨ ਸੁਨ ਕਹਿ ਤਿਸ ਕਾਲਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਣ ਤਰਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਣ ਕਰਤੇ ਭਾਈ ਗੁਰਦਾਸ ਜੀ ਨੂੰ ਕਹਿਣਾ ਕੀਤਾ ਹੈ। ਬੋਲੇ ਹੋਏ ਪ੍ਰਸੰਨ ਬਿਸਾਲਾ ਬਹੁਤੇ ਪ੍ਰਸੰਨ ਹੋ ਤਰਤੇ ਖੁਸ਼ੀ ਦੇ ਸਹਿਤ ਗੁਰੂ ਸਾਹਿਬ ਜੀ ਨੇ ਉਸ ਸਮੇਂ ਬਚਨ ਕੀਤੇ ਹਨ। ਤੁਝ ਪਰ ਖੁਸ਼ੀ ਸੁਨਹੁ ਬੜ ਭਾਗੇ ਸੁਣਨਾ ਤਰ ਤੇਵੇ ਤਾਂ ਤੇਵੇ ਉੱਤੇ ਤਾਂ ਸਾਨੂੰ ਬਹੁਤੀ ਖੁਸ਼ੀ ਹੈ ਬਹੁਤੇ ਪ੍ਰਸੰਨ ਹਾਂ। ਮਨ ਬਾਂਛਤ ਲੀਜਹਿ ਅਬ ਮੰਗੇ ਇਸ ਤਰ੍ਹਾਂ ਕਰਨਾ ਤਾਂ ਜੋ ਤੇ ਵੀ ਮਨ ਦੀ ਇੱਛਾ ਹੈ ਜੋ ਮਨ ਦੇ ਵਿੱਚ ਆਉਣਾ ਹੈ ਮਨ ਦੀ ਇੱਛਾ ਅਨੁਸਾਰ ਮੰਨ ਲੈਣਾ ਤਬ ਤੁਝ ਤੇ ਨਹੀਂ ਅਦੇ ਹਮਾਰੇ ਜੀ ਕੋਈ ਵਸਤੂ ਨਹੀਂ ਜਿਹੜੀ ਤੇਵੇ ਤੋਂ ਦੇਣ ਤੋਂ ਰਹਿਤ ਹੋਵੇ ਅਦੇ ਹੋਵੇ ਸਾਰੀਆਂ ਹੀ ਵਸਤੂਆਂ ਭੇਟਾਵਾਂ ਅਸੀਂ ਤੈਨੂੰ ਦੇਣ ਵਾਲੇ ਹਾਂ ਹੁਣ ਤੂੰ ਮੰਨ ਲੈਣਾ ਤਬ ਸੇਵਕ ਪ੍ਰੇਮੀ ਹਮ ਹੋ ਪਿਆਰੇ ਜਿਹੜੇ ਤੇਰੇ ਭਾਵ ਜਿਹੜੇ ਤੂੰ ਸੇਵਕ ਹੈ ਸਾਡਾ ਬਹੁਤਾ ਪ੍ਰੇਮੀ ਹੈ ਬਹੁਤਾ ਪ੍ਰੇਮ ਕਰਨ ਵਾਲਾ ਹੈ। ਤਬ ਕਰ ਜੋਰ ਕਹਿਉ ਗੁਰਦਾਸ ਉਸ ਸਮੇਂ ਭਾਈ ਗੁਰਦਾਸ ਜੀ ਨੇ ਦੋਵੇਂ ਹੱਥ ਜੋੜ ਤੇ ਕਹਿਣਾ ਕੀਤਾ ਹੈ। ਭਗਤ ਜੋ ਆਵਤ ਹੈ ਤੁਮ ਪਾਸ ਜਿਹੜੇ ਭਗਤ ਜਨ ਆਪ ਜੀ ਦੇ ਤੋਲ ਗੁਰੂ ਸਾਹਿਬ ਜੀ ਨਿਤਾ ਪ੍ਰਤੀ ਦਰਸ਼ਨ ਕਰਨ ਦੇ ਤਾਈ ਆਉਂਦੇ ਹਨ। ਸ੍ਰੀ ਗੁਰ ਆਪ ਜਥਾ ਤਿਨ ਦਰਸਹ ਜਿਸ ਤਰ੍ਹਾਂ ਗੁਰੂ ਜੀ ਆਪ ਉਸ ਤਰ੍ਹਾਂ ਭਗਤਾਂ ਦੇ ਦਰਸ਼ਨ ਕਰਦੇ ਹੋ ਉਹਨਾਂ ਦੇ ਨਾਲ ਬਚਨ ਬਿਲਾਸ ਤੇ ਆਨੰਦ ਮਾਣਦੇ ਹੋ। ਚਰਚਾ ਕਰਹੁ ਸਰੀਰ ਸਪਰਸ਼ਹ ਤੇ ਉਹਨਾਂ ਦੇ ਨਾਲ ਵਿਚਾਰਾਂ ਕਰਦੇ ਹੋ ਉਹਨਾਂ ਦੇ ਸਰੀਰ ਨੂੰ ਸਪਰਸ਼ ਕਰਦੇ ਹੋ ਭਾਵ ਉਹਨਾਂ ਦੇ ਨਾਲ ਮਿਲਦੇ ਹੋ ਘੁੱਟ ਤੇ ਜੱਫੀ ਪਾਉਂਦੇ ਹੋ ਇਸੇ ਤਰੀਕੇ ਦੇ ਨਾਲ ਮੇਰਾ ਵੀ ਮਿਲਾਪ ਕਰਾ ਦਵੋ। ਤਥਾ ਦਰਸ ਮੈਂ ਤਿਨ ਕੋ ਪਾਉ ਮੇਰੇ ਮਨ ਦੇ ਵਿੱਚ ਵੀ ਇੱਛਾ ਹੈ ਕਿ ਉਸੇ ਤਰ੍ਹਾਂ ਮੈਂ ਭਗਤ ਜਨਾਂ ਦੇ ਦਰਸ਼ਨ ਕਰ ਲੈਣਾ ਕਰਾਂ। ਗਿਆਨ ਵਾਕ ਕੋ ਕਹੋ ਕਹਾਉ ਤੇ ਜਿਹੜੇ ਧਿਆਨ ਵਾਲੇ ਬਚਨ ਹਨ ਉਹਨਾਂ ਨੂੰ
ਕਹਿਣਾ ਤਵਾਂ, ਤੇ ਉਹ ਵੀ ਮੈਨੂੰ ਅੱਦੇ ਉਹ ਗਿਆਨ ਵਾਲੇ ਬਚਨ ਕਹਿਣਾ ਤਵਣ। ਸੁਣਤ ਤਥਾ ਸਤ ਸ੍ਰੀ ਗੁਰ ਕਹਿਓ। ਸਾਹਿਬ ਜੀ ਨੇ ਆਖਿਆ ਹੈ, ਜਿਸ ਤਰ੍ਹਾਂ ਆਖਦਾ ਤਥਾਸਤੂ ਹੋਵੇ ਦਾ ਭਾਵ ਉਹੀ ਜਿਹੜੇ ਬਚਨ ਹੋਣਾ ਤਵਣ ਦੇ। ਸੁਨ ਗੁਰ ਵਾਕ ਆਨੰਦ ਉਰ ਲਹਿਓ। ਗੁਰੂ ਜੀ ਦੇ ਬਚਨ ਸੁਣ ਤੇ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਦੇ ਵਿੱਚ ਆਨੰਦ ਦੀ ਪ੍ਰਾਪਤੀ ਕੀਤੀ ਹੈ ਕਿ ਹੁਣ ਗੁਰੂ ਜੀ ਦੇ ਬਚਨ ਤਾਂ ਸੱਚੇ ਹਨ। ਮੇਰਾ ਮਿਲਾਪ ਸਦਾ ਵਾਸਤੇ ਭਗਤ ਜਨਾਂ ਦੇ ਨਾਲ ਹੋ ਜਾਣਾ ਤਵੇਦਾ। ਬਹੁਰ ਲਿਖਾਵਨ ਲਗੇ ਮੁਕੰਦ। ਉਸ ਤੋਂ ਉਪਰੰਤ ਮੁਕਤੀ ਦੇ ਦਾਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਿਖਾਉਣ ਲੱਗੇ ਹਨ। ਭਰੇ ਪ੍ਰੇਮ ਸੋ ਸ਼ਬਦ ਸੋ ਬ੍ਰਿੰਦ। ਤੇ ਜਿਹੜੇ ਸ਼ਬਦ ਲਿਖਾਉਣ ਲੱਗੇ ਹਨ, ਉਹਨਾਂ ਸ਼ਬਦਾਂ ਦੇ ਵਿੱਚ ਉਸ ਬਾਣੀ ਦੇ ਵਿੱਚ ਰੱਬ ਨੇ ਨਾਲ ਪਤੀ ਪਰਮੇਸ਼ਵਰ ਦੇ ਨਾਲ ਮਿਲਣ ਦਾ ਬਹੁਤਾ ਪ੍ਰੇਮ ਜਤਾਉਣਾ ਕੀਤਾ ਹੈ। ਜਬ ਹੈ ਰਾਗ ਕੋ ਭੋਗ ਸੁ ਆਵੈ। ਜਦੋਂ ਦੁਰਮਤ ਪਿਆਰਿਓ ਕਿਸੇ ਰਾਤ ਦੀ ਸਮਾਪਤੀ ਹੁੰਦੀ ਹੈ, ਰਾਤ ਦਾ ਭੋਗ ਆਉਂਦਾ ਹੈ, ਤਬ ਹੈ ਭਗਤ ਨਿਜ ਸ਼ਬਦ ਲਿਖਾਵੈ। ਤੇ ਉਸ ਸਮੇਂ ਭਗਤ ਜਨ ਆਤ ਤੇ ਆਪਣੇ ਸ਼ਬਦਾਂ ਨੂੰ ਲਿਖਾਉਂਦੇ ਹਨ। ਇਸੇ ਤਰ੍ਹਾਂ ਤੇ ਜਦੋਂ ਬਾਣੀ ਦੀ ਸੰਥਿਆ ਕਰਦੇ ਹਾਂ, ਜਦੋਂ ਦੁਰਮਤ ਪਿਆਰਿਓ ਕਿਸੇ ਰਾਤ ਦੀ ਸਮਾਪਤੀ ਹੋਣ ਵਾਲੀ ਹੁੰਦੀ, ਉਸ ਸਮੇਂ ਅਖੀਰ ਦੇ ਵਿੱਚ ਭਗਤ ਜਨਾਂ ਦੀ ਬਾਣੀ ਦਰਜ ਹੁੰਦੀ ਹੈ, ਕਿਉਂਕਿ ਅਖੀਰ ਦੇ ਵਿੱਚ ਆਤ ਤੇ ਨਿਮਰਤਾ ਦੇ ਸਹਿਤ ਭਗਤ ਜਨਾਂ ਨੇ ਅਖੀਰ ਵਾਲੇ ਅੰਦਾਂ ਦੇ ਉੱਤੇ ਬਾਣੀ ਨੂੰ ਦਰਜ ਕਰਾਇਆ ਹੈ। ਦਾਸ ਸਿੱਖ ਕੋ ਅਪਰ ਨ ਜਾਏ। ਦਾਸ ਸਿੱਖ ਭਾਵ ਜਿਹੜੇ ਦੁਰਮਤ ਪਿਆਰਿਓ ਗੁਰੂ ਜੀ ਹਨ ਤੇ ਦੁਰਦਾਸ ਜੀ ਸਾਰੇ ਆਉਂਦੇ ਹਨ। ਗੁਰ ਗੁਰ ਦਾਸ ਭਗਤ ਸਮੁਦਾਏ। ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਦੁਰਦਾਸ ਭਾਈ ਦੁਰਦਾਸ ਜੀ ਤੇ ਭਗਤ ਸਮੁਦਾਇ 15 ਭਗਤ ਤੇ 4 ਜਿਹੜੇ ਦੁਰਮਤ ਚੌਬੋਲੇ ਬਾਣੀ ਦੇ ਵਿੱਚ ਆਉਂਦੇ ਨੇ, ਸਾਰੇ ਭਗਤ ਉੱਥੇ ਇਕੱਠੇ ਹੁੰਦੇ ਨੇ ਤੰਬੂ ਦੇ ਵਿੱਚ। ਜਿਸ ਭਵਜਲ ਮਹਿ ਜੀਵ ਦੁਹੇਲੇ। ਜਿਹੜੇ ਭਵਜਲ ਸੰਸਾਰ ਦੇ ਵਿੱਚ ਜਿਹੜੇ ਜੀਵ ਹਨ, ਬਹੁਤੇ ਦੁਖੀ ਹਨ, ਕਰਹੇ ਤਿਨਹੁ ਹਿਤ ਤਰਨ ਸੁਹੇਲੇ। ਭਗਤ ਜਨ ਉਹਨਾਂ ਦੇ ਤਾਈਂ ਜਿਹੜੀ ਸੁਹੇਲੇ ਸੌਥੀ ਬਾਣੀ ਹੈ, ਉਹ ਲਿਖਣ ਦੇ ਤਾਈਂ ਉਹਨਾਂ ਨੂੰ ਦਰਸਾ ਰਹੇ ਹਨ, ਭਾਵ ਬਾਣੀ ਰਚ ਰਹੇ ਹਨ। ਸ੍ਰੀ ਮੁਖ ਤੇ ਜਿਮ ਉਚਰ ਸੁਨਾਵਹੇ। ਅਰਜਨ ਦੇਵ ਜੀ ਮਹਾਰਾਜ ਜੀ ਭਾਈ ਗੁਰਦਾਸ ਜੀ ਨੂੰ ਜਿਸ ਤਰ੍ਹਾਂ ਆਪਣੇ ਪਵਿੱਤਰ ਮੁਖ ਤੋਂ ਉਚਾਰ ਕੇ ਸੁਣਾਉਂਦੇ ਹਨ, ਭਾਈ ਲਿਖਤ ਬਾਈ ਸਮਝਾਵਹੇ। ਭਾਈ ਗੁਰਦਾਸ ਜੀ ਲਿਖਦੇ ਹਨ, ਬਾਯੂ ਸਮਝਾਵੇ। ਬਾਯੂ ਨਾਮ ਹਵਾ ਦਾ ਹੈ। ਜਿਸ ਤਰ੍ਹਾਂ ਦੁਰਮਤ ਪਿਆਰਿਓ ਹਵਾ ਬਹੁਤੀ ਤੇਜ਼ ਹੁੰਦੀ ਹੈ, ਇਹ ਤਸ਼ਿਨ ਮਾਤਰ ਸਮੇਂ ਦੇ ਇੱਧਰ ਤੋਂ ਉੱਧਰ ਹੋ ਜਾਂਦੀ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ਲਿਖਣ ਦੀ ਬਹੁਤੀ ਤੇਜ਼ ਕਲਮ ਹੈ, ਬਹੁਤੀ ਤੇਜ਼ ਕਲਮ ਦੇ ਨਾਲ ਲਿਖਦੇ ਹਨ। ਤੂਰਨ ਲਿਖੇ ਅਟਕ ਨਹਿ ਪਰੈ। ਛੇਤੀ ਦੇ ਨਾਲ ਗੁਰਬਾਣੀ ਨੂੰ ਲਿਖ ਦਿੰਦੇ ਹਨ। ਗੁਰਬਾਣੀ ਲਿਖਣ ਵੇਲੇ ਇਹ ਤਸ਼ਿਨ ਮਾਤਰ ਸਮੇਂ ਦੇ ਵਿੱਚ ਅਟਕਦੇ ਨਹੀਂ, ਕਿਉਂਕਿ ਪਿਛਲੇ ਪ੍ਰਸੰਗਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਜੀ ਨੇ ਵਾਰ ਦਿੱਤਾ। ਜਦੋਂ ਭਾਈ ਗੁਰਦਾਸ ਜੀ ਨੇ ਨਿਮਰਤਾ ਵਿਖਾਈ ਸੀ, ਗੁਰੂ ਸਾਹਿਬ ਜੀ ਮਹਾਨ ਬਾਣੀ ਹੈ, ਜਿਸ ਤਰ੍ਹਾਂ ਦੇ ਨਾਲ ਮੈਂ ਲਿਖ ਲੈਣਾ ਤਰ੍ਹਾਂ ਦਾ ਮੰਦੀ ਮਤ ਵਾਲਾ ਤੇ ਵਾਰ ਦਿੱਤਾ ਸੀ। ਛਿਨ ਮਾਤਰ ਸਮੇਂ ਦੇ ਵਿੱਚ ਇਹ ਬਾਣੀ ਲਿਖ ਦਿਆ ਕਰੋ ਦੇ। ਇਹ ਜਿਹੜੀ ਬਾਣੀ ਬਹੁਤੀ ਔਖੀ ਹੈ, ਆਪ ਜੀ ਦੇ ਤਾਈਂ ਛੇਤੀ ਲਿਖੀ ਜਾਵੇ ਦੀ। ਥੋਰੇ ਕਾਲ ਕਾਜ ਬਹੁ ਕਰੈ। ਥੋੜੇ ਸਮੇਂ ਦੇ ਵਿੱਚ ਬਹੁਤੀ ਬਾਣੀ ਨੂੰ ਲਿਖਣ ਦਾ ਕਾਰਜ ਕਰਦੇ ਹਨ। ਆਸ਼ੈ ਸ਼ਬਦਨ ਕੋ ਜਬ ਜਾਣਹਿ। ਜਦੋਂ ਦੁਰਮਤ ਪਿਆਰਿਓ ਸ਼ਬਦ ਨੂੰ ਆਸ਼ੈ ਵਿਸ਼ਵਾਸ ਕਰਤੇ ਜਾਂ ਆਸ਼ਾ ਚੰਦੀ ਤਵੀਤੇ ਦੇ ਨਾਲ ਸ਼ਬਦ ਦੇ ਅਰਥਾਂ ਨੂੰ ਜਾਣ ਲੈਂਦੇ ਹਨ, ਸਮਝ ਲੈਂਦੇ ਹਨ। ਨਾਹੀ ਤਾਂ ਗੁਰ ਕੋ ਬੂਝਨ ਠਾਨਹਿ। ਨਹੀਂ ਸਮਝ ਪਾਉਂਦੇ ਕਿਸੇ ਸ਼ਬਦ ਦਾ ਅਰਥ ਤੇ ਗੁਰੂ ਜੀ ਨੂੰ ਦੁਬਾਰਾ ਤੋਂ ਪੁੱਛ ਲੈਂਦੇ ਹਨ। ਤਬ ਹੀ ਲਿਖੇ ਤਤਕਾਲ ਲਿਖਾਰੀ। ਉਸ ਸ਼ਬਦ ਨੂੰ ਛੇਤੀ ਦੇ ਨਾਲ ਉਸ ਬੀਟ ਦੇ ਅੰਦਾਂ ਤੇ ਲਿਖ ਦਿੰਦੇ ਹਨ, ਵਿਰਾਜਮਾਨ ਕਰ ਦਿੰਦੇ ਹਨ। ਸ੍ਰੀ ਮੁਖ ਤੇ ਸੁਭ ਜਥਾ ਉਚਾਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ੍ਰੇਸ਼ਟ ਪਵਿੱਤਰ ਮੁਖੜੇ ਤੋਂ ਬਚਨ ਉਚਾਰਦੇ ਹਨ। ਇੱਕ ਦਿਨ ਭਾਨ ਆਏ ਮਧਿਆਨਾ। ਇੱਕ ਦਿਨ ਸੂਰਜ ਚੜਿਆ ਹੈ, ਦੁਪਹਿਰ ਦਾ ਸਮਾਂ ਹੋਇਆ ਹੈ। ਸ੍ਰੀ ਗੁਰ ਗਏ ਸੁਧਾਸਰ ਥਾਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰੂ ਸਾਹਿਬ ਜੀ ਤੰਬੂ ਦੇ ਵਿੱਚੋਂ ਨਿਕਲੇ ਹਨ ਤੇ ਅੰਮ੍ਰਿਤਸਰ ਸਰੋਵਰ ਦੇ ਵੱਲ ਗਏ ਹਨ। ਦੇ ਦਰਸ਼ਨ ਬਹੁਰ ਮੁਰ ਆਏ। ਤੇ ਉਸ ਸਮੇਂ ਸੰਤਾਂ ਨੂੰ ਦਰਸ਼ਨ ਦਿੱਤੇ ਹਨ
ਤੇ ਆਪ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ ਤੇ ਮੁੜ ਤਰਤੇ ਆਏ ਹਨ। ਜਾਮ ਦਿਵਸ ਬੈਠੇ ਹਰਿ ਖਾਏ, ਦਿਨ ਰਾਤ ਇਤ ਜਾਮ ਇਤ ਪਹਿਰ ਧੜੀ, ਉਸ ਸਮੇਂ ਤੰਬੂ ਦੇ ਵਿੱਚ ਬੈਠੇ ਹਨ, ਬਹੁਤੇ ਖੁਸ਼ ਹੋਏ ਹਨ। 52 ਅਖਰੀ ਕਰੀ ਬਨਾਵਨ, ਜਿਹੜੇ ਦਰਮਤ ਪੰਜ ਗ੍ਰੰਥੀ ਦੇ ਵਿੱਚ 52 ਅੱਖਰ ਬਾਣੀ ਸੰਥਿਆ ਦੇ ਵੇਲੇ ਪੜ੍ਹੀ ਜਾਂਦੀ ਹੈ। ਉਸ ਸਮੇਂ ਗੁਰੂ ਸਾਹਿਬ ਜੀ ਨੇ ਦੁਪਹਿਰ ਦੇ ਵੇਲੇ ਤੰਬੂ ਦੇ ਵਿੱਚ ਉਸ ਬਾਣੀ ਦਾ ਉਚਾਰਨ ਕੀਤਾ ਹੈ। ਉਸ ਬਾਣੀ ਨੂੰ ਉਚਾਰਨ ਲੱਦੇ ਹਨ। ਉਚਰਤ ਮੁਖ ਤੇ ਹੇਤ ਲਿਖਾਵਨ, ਤੇ ਮੁੱਠ ਤੋਂ ਆਪਣੇ ਪਵਿੱਤਰ ਮੁੱਠ ਤੋਂ ਉਚਾਰਦੇ ਹਨ ਤੇ ਭਾਈ ਗੁਰਦਾਸ ਜੀ ਤੋਂ ਲਿਖਣ ਦੇ ਵਾਸਤੇ ਆਖਦੇ ਹਨ। ਆਦ ਅੰਤ ਤਰ ਏਕ ਸਲੋਕ, ਗੁਰੂ ਜੀ ਨੇ ਇਸ ਪਵਿੱਤਰ ਬਾਣੀ ਨੂੰ ਰਚਨਾ ਕੀਤਾ ਹੈ। ਪਵਿੱਤਰ ਬਾਣੀ ਨੂੰ ਜਦੋਂ ਰਚਿਆ ਹੈ ਤੇ ਪਹਿਲੇ ਵੀ ਪਿਆਰੇ ਇੱਕੋ ਹੀ ਸ਼ਬਦ ਹੈ, ਦੁਰਦੇਵ ਮਾਤਾ ਦੁਰਦੇਵ ਪਿਤਾ ਵਾਲਾ, ਤੇ ਅਖੀਰ ਦੇ ਵਿੱਚ ਵੀ ਦੁਰਦੇਵ ਮਾਤਾ ਦੁਰਦੇਵ ਪਿਤਾ ਦੁਰਦੇਵ ਬੰਧਵ ਸਹੋਦਰਾ ਇਹ ਵਾਲਾ ਸ਼ਬਦ ਦਰਜ ਕੀਤਾ ਹੈ। ਮਹਿਮਾ ਸਤਿਗੁਰ ਕੀ ਸੁਖ ਬਿਓਕ, ਤੇ ਭਾਈ ਗੁਰਦਾਸ ਜੀ ਆਖਦੇ ਨੇ ਜਿਹੜੀ ਗੁਰੂ ਜੀ ਦੀ ਮਹਿਮਾ ਹੈ ਉਹ ਬਹੁਤ ਹੀ ਸ੍ਰੇਸ਼ਟ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਲਿਖ ਪਠ ਕੈ ਪ੍ਰਸੰਨ ਪਾ ਪਾਈ, ਤੇ ਜਦੋਂ ਇਹ ਬਾਣੀ ਨੂੰ ਲਿਖਣਾ ਕੀਤਾ ਹੈ ਤੇ ਪੜਨ ਵਾਲੇ ਇਸ ਬਾਣੀ ਨੂੰ ਪੜ੍ਹ ਤਰਤੇ ਬਹੁਤੇ ਖੁਸ਼ ਹੁੰਦੇ ਹਨ। ਕਹਿਣ ਲਗਿਓ ਬਹੁ ਰੁਚਰ ਬਣਾਈ, ਕਹਿਣ ਲੱਗੇ ਹਨ ਭਾਈ ਗੁਰਦਾਸ ਜੀ ਤੇ ਗੁਰੂ ਜੀ ਨੇ ਜਿਹੜੀ ਬਾਣੀ ਹੈ ਬਹੁਤੀ ਰੁਚੀ ਦੇ ਨਾਲ ਬਹੁਤੇ ਪਵਿੱਤਰਤਾ ਦੇ ਨਾਲ ਰਚਨਾ ਕੀਤੀ ਹੈ। ਸੁੰਦਰ ਪਾਠ ਅਰਥ ਜਹ ਰਾਖਾ, ਇਸ ਬਾਣੀ ਦੇ ਅਰਥ ਜਾਣਨ ਦੇ ਵਾਸਤੇ ਸੁੰਦਰ ਪਾਠ ਬਣਾਏ, ਭਾਵ ਸੌਖੇ ਪਾਠ ਬਣਾਏ ਨੇ, ਜਿਨ੍ਹਾਂ ਨੂੰ ਪੜਨ ਦੇ ਨਾਲ ਹੀ ਅਰਥਾਂ ਦਾ ਪਤਾ ਚੱਲ ਜਾਂਦਾ, ਅਰਥਾਂ ਦਾ ਧਿਆਨ ਹੋ ਜਾਂਦਾ ਹੈ। ਸੁਨ ਸ੍ਰੀ ਅਰਜਨ ਪੁਨ ਬਚ ਭਾਖਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਬਚਨ ਸੁਣੇ ਹਨ ਤੇ ਉਸ ਸਮੇਂ ਬਚਨ ਕਹਿਣਾ ਦਿੱਤਾ ਹੈ। ਸ੍ਰੀ ਪਰਮੇਸ਼ਰ ਕੀਰਤ ਠਾਨੀ, ਇਸ ਪਵਿੱਤਰ ਬਾਣੀ ਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਠਾਨੀ ਮਹਿਮਾ ਰੱਖੀ ਹੈ। ਰੁਚਰ ਬਿਭੂਖਨ ਤਿਸ ਗੁਰਬਾਨੀ, ਤੇ ਸੁੰਦਰ ਜਿਹੜੇ ਗਹਿਣੇ ਰੂਪ ਜਿਹੜੀ ਬਾਣੀ ਇਸ ਪਵਿੱਤਰ ਬਾਣੀ ਦੇ ਵਿੱਚ ਰਚਨਾ ਕੀਤੀ ਹੈ। ਜੋ ਇਹੋ 52 ਬਰਨੀ ਬਣੀ, ਜਿਹੜੀ ਇਹ 52 ਬਾਣੀ ਭਾਵ ਜਿਹੜੀ ਇਹ ਬਾਣੀ ਹੈ ਇਹ 52 ਸੋਨੇ ਦੀ ਨਿਆਈ ਹੈ। ਜਿਸ ਤਰ੍ਹਾਂ 52 ਮਲੀਨ ਸੋਨਾ ਬਹੁਤਾ ਸ਼ੁੱਧ ਹੁੰਦਾ, ਇਸੇ ਤਰੀਕੇ ਦੇ ਨਾਲ ਇਹ ਪਵਿੱਤਰ ਬਾਣੀ ਹੈ। ਸੁਬਤ ਜਰਾਊ ਹੀਰਨ ਮਣੀ, ਤੇ ਇਹਨਾਂ ਦੇ ਅੰਦਰਲੇ ਬੰਨੇ ਜਿਹੜਾ ਇੱਕ ਡੱਬੇ ਦੀ ਨਿਆਈ ਹੈ, ਇੱਕ ਖਜ਼ਾਨੇ ਵਾਲੇ ਡੱਬੇ ਦੀ ਨਿਆਈ, ਇਸ ਦੇ ਜਿਹੜਾ ਦੁਰਮਤ ਪਿਆਰਿਓ ਪਹਿਲਾ ਸਲੋਤ ਹੈ। ਇਹ ਸਲੋਤ ਇਹ ਤਾਂ ਡੱਬੇ ਦੇ ਤਲੇ ਵੰਦੂ ਹੈ, ਜਿਸ ਤਰ੍ਹਾਂ ਥੱਲੇ ਇਸ ਡੱਬੇ ਦੇ ਤਲਾ ਜਾ ਹੁੰਦਾ ਹੈ, ਜਿਸ ਦੇ ਨਾਲ ਕੋਈ ਸਮਾਨ ਕੋਈ ਡਹਿਣਾ ਡਿੱਦੇ ਨਾ ਤੇ ਉੱਤੇ ਢੱਕਣ ਹੁੰਦਾ ਹੈ। ਜਿਹੜਾ ਅਖੀਰ ਵਾਲਾ ਇਹ ਸਲੋਤ ਹੈ ਢੱਕਣ ਦੀ ਨਿਆਈ ਗੁਰੂ ਜੀ ਨੇ ਦਰਸਾਇਆ ਹੈ। ਤੇ ਇਸ ਦੇ ਵਿੱਚ 52 ਮਣੀ ਇਤਿਆਦਿ ਜਿਹੜੇ ਸੋਨੇ ਸ਼ੁੱਧ ਸੋਨੇ ਰੱਤੇ ਨੇ ਇਸ ਬਾਣੀ ਇਸ ਡੱਬੇ ਰੂਪੀ ਬਾਣੀ ਦੇ ਵਿੱਚ ਬਹੁਤੇ ਸੁੰਦਰ ਨਾਮ ਰੂਪੀ ਹੀਰਿਆਂ ਮੋਤੀਆਂ ਦੀ ਜੜਤਾ ਵੀ ਕੀਤੀ ਹੈ। ਜੇਬ ਜਵਾਹਰ ਜਰਿਉ ਜਰਾਊ, ਤੇ ਅਨੇਕਾਂ ਤਰੀਕਿਆਂ ਦੇ ਜਿਹੜੇ ਦੁਰਮਤ ਪਿਆਰੇ ਸੁੰਦਰ ਗਹਿਣੇ ਹਨ ਮਣੀਆਂ ਹਨ ਉਹ ਰਚਨਾ ਕੀਤੀਆਂ ਹਨ। ਤੇ ਜੇਵਰ ਕੇ ਸਮ ਸਭ ਪਾਉ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹਨ ਇਸ ਬਾਣੀ ਦੇ ਵਿੱਚ ਉਹ ਸੁੰਦਰ ਗਹਿਣਿਆਂ ਦੀ ਨਿਆਈ ਹੀਰਿਆਂ ਮੋਤੀਆਂ ਦੀ ਨਿਆਈ ਸ਼ੋਭਾ ਦਿੰਦੇ ਹਨ। ਪਾਠਕ ਭੁਗਤ ਮੁਕਤ ਕੀ ਦਾਤਾ, ਜਿਹੜਾ ਵੀ ਇਸ ਨੂੰ ਪਾਠਕ ਪੜਨ ਵਾਲਾ ਪੜਦਾ ਹੈ ਉਸ ਦੇ ਤਾਈਂ ਭਗਤੀ ਦੀ ਤੇ ਮੁਕਤੀ ਦੀ ਇਹ ਦਾਤੀ ਹੈ। ਇਹੋ ਜਿਹੇ ਮਹਾਨ ਦਾਤੀਆਂ ਨੂੰ ਦੇਣ ਵਾਲੀ ਦਾਤੀ ਹੈ। ਹਲਤ ਪਲਤ ਸੁਖ ਦਿਨ ਰਸ ਜਾਤਾ, ਜਿਸ ਨੂੰ ਪੜਨ ਦੇ ਨਾਲ ਲੋਕ ਤੇ ਪਰਲੋਕ ਦੇ ਦੋਵੇਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪੜਨ ਦੇ ਨਾਲ ਆਨੰਦ ਰਸ ਦੀ ਪ੍ਰਾਪਤੀ ਹੁੰਦੀ ਹੈ। ਕਹਿਤ ਸੁਣਤ ਬਚ ਇਸੀ ਪ੍ਰਕਾਰੇ, ਇਸੇ ਤਰੀਕੇ ਦੇ ਨਾਲ ਅਨੇਕਾਂ ਪ੍ਰਕਾਰਾਂ ਦੇ ਬਚਨ ਕਹਿੰਦੇ ਹਨ ਸੁਣਨਾ ਕਰਦੇ ਹਨ। ਭਈ ਜਾਮਨੀ ਧਮ ਕਨ ਸਾਰੇ, ਉਸ ਸਮੇਂ ਬਾਣੀ ਨੂੰ ਰਚਦਿਆਂ ਹੋਇਆ ਰਚਨਾ ਕੀਤੀ ਹੈ ਤੇ ਰਾਤ ਦਾ ਸਮਾਂ ਹੋਇਆ ਹੈ।
ਰਾਤ ਦੇ ਸਮੇਂ ਉਸ ਸਮੇਂ ਬਹੁਤਾ ਹਨੇਰਾ ਛਾ ਜਾਣਾ ਤੀਤਾ ਹੈ। ਭਾਈ ਗਇਓ ਆਪਣੇ ਡੇਰੇ, ਭਾਈ ਦਵਿਦਾਸ ਜੀ ਆਪਣੇ ਡੇਰੇ ਦੇ ਵਿੱਚ ਗਏ ਹਨ। ਗੁਰੂ ਵਿਚਾਰਨ ਕੀਨ ਵਡੇਰੇ, ਭਾਈ ਦਵਿਦਾਸ ਜੀ ਦੇ ਜਾਣ ਤੋਂ ਉਪਰੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਹੈ। ਜਿਸ ਕੋ ਪਠਕੇ ਸਿੱਖ ਕਰ ਨੇਮ, ਇਸ ਨੂੰ ਜਿਹੜਾ ਵੀ ਸਿੱਖ ਨਿਯਮ ਦੇ ਨਾਲ ਪੜ੍ਹੇਗਾ, ਕੰਠ ਕਰੇ ਨਿਤ ਪ੍ਰਤਜੁਤ ਪ੍ਰੇਮ, ਤੇ ਨਿਤਾ ਪ੍ਰਤੀ ਪ੍ਰੇਮ ਦੇ ਸਹਿਤ ਇਸ 52 ਅਥਰੀ ਬਾਣੀ ਨੂੰ ਕੰਠ ਕਰੇਗਾ। ਜਿਮ ਗੀਤਾ ਸਭ ਸ਼ਾਸਤਰਨ ਧਾਰ, ਜਿਸ ਤਰ੍ਹਾਂ ਦੁਰਮਤ ਪਿਆਰਿਓ ਹਿੰਦੂ ਮਤ ਦਾ ਗ੍ਰੰਥ ਪਵਿੱਤਰ ਜਿਹੜੀ ਗੀਤਾ ਹੈ ਉਹ ਸਾਰੇ ਹੀ 6 ਸ਼ਾਸਤਰਾਂ ਦਾ ਸਾਰ ਹੈ, ਤਤ ਹੈ। ਵੇਦ ਸਾਰ ਤਿਮ ਲੇਹ ਨਿਕਾਰ, ਇਸੇ ਤਰੀਕੇ ਦੇ ਨਾਲ ਜਿਹੜੇ ਵੇਦਾਂ ਦੇ ਵਿੱਚੋਂ ਤੁਛ ਮਾਤਰ ਸ੍ਰੇਸ਼ਟ ਗੱਲਾਂ ਹਨ, ਉਹ ਜਿਹੜੀਆਂ ਗੱਲਾਂ ਪੜਨ ਦੀ ਲੋੜ ਨਹੀਂ, ਫਿਰ ਉਹ ਗੱਲਾਂ ਇਸ 52 ਅਥਰੀ ਬਾਣੀ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਣਗੀਆਂ। ਇਹ ਟੂਤ ਮਾਤਰ ਕਵੀ ਜੀ ਨੇ ਦਰਸਾਇਆ ਹੈ, ਪਰ ਜਿਹੜੀ ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਕਥਨ ਕੀਤੀ ਹੈ, ਵੇਦਾਂ ਦਾ ਸਾਰ ਨਹੀਂ। ਨਰਨ ਉਦਾਹਰਨ ਹਿਤ ਅਸਬਾਨੀ, ਤੇ ਇਹ ਜਿਹੜੀ ਬਾਣੀ ਹੈ ਮਨੁੱਖਾਂ ਦੇ ਉਦਾਹਰਣ ਦੇ ਤਾਈ ਹੈ। ਚਾਹੇ ਇਹ ਰਚੀ ਮਹਿਦ ਸੁਖਦਾਨੀ, ਇਹ ਜਿਹੜੀ ਇਹ ਰਚਨਾ ਕੀਤੀ ਬਹੁਤੇ ਸੁੱਖਾਂ ਨੂੰ ਪ੍ਰਦਾਨ ਕਰਨ ਵਾਲੀ ਸੁੱਖਾਂ ਦੀ ਦਾਤੀ ਹੈ। ਜਾਮ ਜਾਮਨੀ ਜਾਗਹਿ ਆਵਤ, ਇਹ ਜਾਮ ਜਾਮਨੀ ਜਾਦੇ ਜਾਵਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਰਾਤ ਵੇਲੇ ਇਸ ਬਾਣੀ ਨੂੰ ਉਚਾਰ ਤੋਂ ਉਪਰੰਤ ਰਾਤ ਵੇਲੇ ਜਾਗਣਾ ਕੀਤੇ ਹਨ। ਇਹੀ ਵਿਚਾਰ ਕਰਤ ਰਹਿਤਾਵਤ, ਉਸ ਸਮੇਂ ਹਿਰਦੇ ਦੇ ਵਿੱਚ ਮਨ ਦੇ ਵਿੱਚ ਬਾਰ-ਬਾਰ ਅਨੇਕਾਂ ਤਵੀਤਿਆਂ ਦੇ ਨਾਲ ਅਨੇਕਾਂ ਢੰਗ ਤਵੀਤਿਆਂ ਦੇ ਨਾਲ ਇਹੋ ਵਿਚਾਰ ਕਰਦੇ ਹਨ। ਬਹੁਰ ਜਥਾ ਸੁਖ ਸ੍ਰੀ ਗੁਰ ਸੋਏ, ਗੁਰੂ ਸਾਹਿਬ ਜੀ ਪਵਿੱਤਰ ਗ੍ਰੰਥ ਨੂੰ ਲਿਖਣ ਦੀ ਵਿਚਾਰਨ ਦੀ ਵਿਚਾਰ ਕਰਨ ਤੋਂ ਉਪਰੰਤ ਜਦੋਂ ਬਹੁਤੀ ਰਾਤ ਦਾ ਸਮਾਂ ਹੋ ਗਿਆ ਉਸ ਸਮੇਂ ਸੁੱਤੇ ਹਨ। ਜਿਨ ਬਹੁ ਦਾਸਨ ਕੇ ਦੁਖ ਖੋਏ, ਜਿਹੜੇ ਗੁਰੂ ਸਾਹਿਬ ਜੀ ਬਹੁਤਿਆਂ ਦਾਸਿਆਂ ਨੂੰ ਅਵਿਦਿਆ ਰੂਪੀ ਨੀਂਦ ਦੇ ਵਿੱਚੋਂ ਕੱਢਣ ਵਾਲੇ ਹਨ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਜਾਮ ਨਿਸਾ ਤੇ ਜਾਗਤ ਸੁਆਮੀ, ਤੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਹੈ, ਜਾਗ ਉੱਠੇ ਹਨ, ਅੰਮ੍ਰਿਤ ਵੇਲਾ ਸੰਭਿਆ ਹੈ। ਕਰੀ ਸੋਚ ਸਭ ਅੰਤਰ ਜਾਮੀ, ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੋਚ ਦਿੱਤੀ ਹੈ, ਭਾਵ ਜੰਗਲ ਮੈਦਾਨ ਇਤਿਆਦਿ ਦਾਤਨ ਕੀਤੀ ਹੈ। ਤੰਤ ਧਾਵਨੀ ਕੀਨ ਬਣਾਏ, ਗੁਰਮਤਿ ਪਿਆਰਿਓ ਜਿਹੜੇ ਦੰਦਾਂ ਤੇ ਮਾਰਨ ਵਾਲੀ ਦਾਤਨ ਹੈ ਉਸ ਨੂੰ ਸੋਧ ਕਰਤੇ, ਉਸ ਨੂੰ ਤੋੜ ਕਰਤੇ ਸੋਧਿਆ ਹੈ ਤੇ ਤਵਣਾ ਕੀਤੀ ਹੈ। ਕੋਨ ਗਮਨ ਗੁਰ ਸਹਿਜ ਸੁਭਾਏ, ਸਾਹਿਬ ਜੀ ਸਹਿਜ ਸੁਭਾਇਤ ਦਾਤਨ ਨੂੰ ਤੋੜ ਕਰਤੇ ਚੱਲੇ ਹਨ। ਤੰਬੂ ਭਾਈ ਕੇ ਤਬ ਆਏ, ਤੇ ਚੱਲ ਕਰਤੇ ਭਾਈ ਦਵਿਦਾਸ ਜੀ ਦੇ ਤੰਬੂ ਦੇ ਵਿੱਚ ਆਏ ਹਨ। ਚਲੇ ਤਾਹੀ ਕੋ ਸਾਥ ਰਲਾਏ, ਤੇ ਉੱਥੇ ਚੱਲ ਕਰਤੇ ਭਾਈ ਦਵਿਦਾਸ ਜੀ ਨੂੰ ਨਾਲ ਮਿਲਾਇਆ ਹੈ। ਰਾਮ ਸਰੋਵਰ ਤੀਰਥ ਤੀਰ, ਰਾਮ ਸਰੋਵਰ ਤੀਰਥ ਦੇ ਕੰਢੇ ਤੇ ਕੀਨ ਸਨਾਨ ਗੁਰੂ ਗੰਭੀਰ, ਗੁਰੂ ਸਾਹਿਬ ਜੀ ਡੂੰਘੀ ਸੋਚ ਰੱਖਣ ਵਾਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ। ਪੁਨ ਥਹਿ ਠਾਹ ਗੁਰਦਾਸ ਸਨਾਨਾ, ਉਸੇ ਸਥਾਨ ਤੇ ਭਾਈ ਦਵਿਦਾਸ ਜੀ ਨੇ ਇਸ਼ਨਾਨ ਕੀਤਾ। ਬਸਤਰ ਪਹਿਰ ਕਰ ਥਿਤ ਦੇ ਸਥਾਨਾ, ਤੇ ਬਸਤਰ ਪਾਤ ਤੇ ਉਸ ਸਥਾਨ ਤੇ ਸਥਿਤ ਹੋਏ ਹਨ, ਸਥਿਤ ਹੋਏ ਹਨ। ਰਾਮ ਤਾਲ ਕੀ ਕੌਣ ਇਸਨਾਨ, ਰਾਮ ਤਾਲ ਜਿਹੜਾ ਰਾਮ ਸਰੋਵਰ ਹੈ ਉਸ ਦੀ ਕੌਣ ਵਾਲੀ ਦਿਸ਼ਾ ਦੇ ਵਿੱਚ ਇੱਕ ਬਦਰੀ ਸਭ ਖਰੀ ਸਥਾਨ, ਜਿਹੜੀ ਬੇੜੀ ਹੈ ਸ਼ੁਭ ਹੈ ਉਸ ਸਥਾਨ ਤੇ ਖਲੋਤੀ ਹੈ। ਕਿਰਪਾ ਸਿੰਧ ਅਵਲੋਕਨ ਕੀਨੇ, ਗੁਰੂ ਜੀ ਨੇ ਉਸ ਬੇੜੀ ਨੂੰ ਵੇਖਿਆ ਹੈ। ਤਿਸ ਤਰ ਕੇ ਤਰ ਤਬ ਆਸੀਨੇ, ਉਸ ਤੇ ਦੁਰਮਤ ਪਿਆਰਿਓ ਜਿਹੜੇ ਸੁੰਦਰ ਬੇੜੀ ਦੇ ਬੇੜ ਹਨ ਉਸ ਨੂੰ ਵੇਖਣਾ ਕੀਤਾ ਹੈ। ਸਨਮੁਖ ਬੈਠ ਗਇਓ ਗੁਰਦਾਸ, ਤੇ ਗੁਰਦਾਸ ਜੀ ਵੀ ਉਸ ਸਮੇਂ ਗੁਰੂ ਜੀ ਦੇ ਸਾਹਮਣੇ ਬਹਿ ਜਾਣਾ ਕੀਤੇ ਹਨ। ਸ੍ਰੀ ਗੁਰ ਕੀਨਸ ਬਾਕ ਪ੍ਰਕਾਸ਼, ਗੁਰੂ ਸਾਹਿਬ ਜੀ ਨੇ ਬਚਨਾਂ ਨੂੰ ਪ੍ਰਕਾਸ਼ ਕੀਤਾ ਹੈ, ਬਚਨ ਕਹਿਣਾ ਕੀਤੇ ਹਨ। ਸਮਾ ਘੋਰ ਕਲ ਜੁਗ ਕੋ ਆਇਓ, ਤਦ ਦਾ ਘੋਰ ਸਮਾਂ ਆਇਆ ਹੈ। ਕਟਕ ਵਿਕਾਰਨ ਕੋ ਜਗ ਛਾਇਓ, ਤੇ ਵਿਤਾਰਾਂ ਨੂੰ ਜਿਹੜੀ ਮਹਾਨ ਸ਼ੈਣਾ ਵਿਤਾਰਾਂ ਦੀ ਦੁਨੀਆ ਦੇ ਤਲਦ ਦੇ ਸਮੇਂ ਦੇ ਵਿੱਚ ਗੁਰਮੁਖਾਂ ਜਨਾਂ ਨੂੰ ਪਰੇਸ਼ਾਨ ਕਰਨ ਦੇ ਤਾਈ ਆਈ ਹੈ। ਤਿਨ ਕੋ ਪਾਏ ਪਾਪ ਨਰ ਕਰਈ, ਜਿਹੜੇ ਗੁਰੂ ਤੋਂ ਬੇਮੁਖ ਹਨ ਉਹਨਾਂ ਨੂੰ ਪਾਪ ਤੇ ਪਾਪ ਕਰਦੇ ਹਨ। ਅੰਤ ਕਾਲ ਵਿੱਚ ਨਰਕ ਸਪਰਈ, ਤੇ ਅੰਤ ਵੇਲੇ ਨਰਕਾਂ ਦੇ ਪੈਂਦੇ ਹਨ। ਭੋਗ ਮਹਾ ਦੁਖ ਸੰਮਤ ਘਣੀ, ਤੇ ਬਹੁਤੇ ਭੋਗਦੇ ਹਨ ਤੇ ਬਹੁਤ ਲੰਮਾ ਸਮਾਂ ਬਹੁਤੇ ਸਾਲ ਦੁੱਖਾਂ ਨੂੰ ਪ੍ਰਦਾਨ ਕਰਦੇ
ਹਨ। ਤਹਾਂ ਸਹਾਇਕ ਕੋਈ ਨਾ ਬਣੈ। ਤੇ ਉਸ ਦਰਗਾਹ ਦੇ ਵਿੱਚ ਪਚੈਵੀ ਦੇ ਕੋਈ ਵੀ ਸਹਾਇਕ ਨਹੀਂ ਹੁੰਦਾ ਹੈ। ਜਿਨ ਹਿਤ ਪਾਪਨ ਕਰਤ ਅਨੇਕ। ਜਿਨ੍ਹਾਂ ਦੇ ਵਾਸਤੇ ਬਹੁਤੇ ਪਾਪ ਕਰਦਾ ਹੈ, ਜਿਸ ਤਰ੍ਹਾਂ ਦੁਰਮਤ ਪਿਆਵਿਓ ਅਨੇਕਾਂ ਪ੍ਰਤਾਰਾਂ ਦੇ ਨਾਲ ਸਾਥੀਆਂ ਹੁੰਦੀਆਂ ਨੇ ਕਿ ਬਹੁਤੇ ਪਾਪ ਕਰਦੇ ਹਨ, ਪਰ ਅਥੀਰ ਵੇਲੇ ਉਹਨਾਂ ਦਾ ਕੋਈ ਵੀ ਸਹਾਇਕ ਨਹੀਂ ਹੁੰਦਾ ਹੈ। ਤਿਨ ਮਹਿ ਤਹਾ ਨਾ ਪਹੁੰਚਿਓ ਏਕ। ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਾਸਤੇ ਖੋਟੇ ਤਾਰੇ ਕਰਦਾ ਕੋਈ ਵੀ ਤੇਰੇ ਨਾਲ ਨਹੀਂ ਪਹੁੰਚੇਦਾ। ਬਹੁ ਦੂਤਨ ਤੇ ਲਹਿ ਸਜਾਈ। ਬਹੁਤੇ ਦੂਤਾਂ ਤੋਂ ਜਮਦੂਤਾਂ ਤੋਂ ਸਜ਼ਾ ਪਾਵੇਂਦਾ, ਜਾਂ ਬਹੁ ਦੂਤਨ ਤੇ ਬਹੁਤੇ ਦੁੱਤਾਂ ਦੇ ਤਲ ਤੇ ਸਜ਼ਾ ਪ੍ਰਾਪਤ ਹੋਵੇਗੀ। ਭੋਗ ਪਾਪ ਫਲ ਦੁਖ ਪਾਵਤ ਭਾਰੀ। ਤੇ ਜਦੋਂ ਇਸ ਪਾਪਾਂ ਨੂੰ ਭੋਗੇਂਦਾ, ਪਾਪ ਦੁੱਖਾਂ ਨੂੰ ਤਵੇਂਦਾ ਤੇ ਬਹੁਤੇ ਪਾਪਾਂ ਦੀ ਪਾਪ ਪ੍ਰਾਪਤੀ ਹੋਵੇਗੀ। ਸਸਕਰ ਸੋ ਮਿਲ ਤ੍ਰਿਣ ਮਜਾਰੀ। ਤੇ ਇਸ ਜੂਨੀ ਦੇ ਦੇਹੀ ਦੇ ਬਾਰ ਬਾਰ ਆਉਣਾ ਤਵੇ ਤਾਂ ਸ਼ਸਤਰ ਨਾਮ ਚੰਦਰਮਾ ਹੈ। ਚੰਦਰਮੇ ਦੀ ਜਿਹੜੀ ਰੌਸ਼ਨੀ ਹੈ ਉਸ ਦੇ ਨਾਲ ਮਿਲ ਤਰਤੇ ਘਾਹ ਦੇ ਵਿੱਚ ਫਸਲ ਇਤਿਆਦਿ ਦੇ ਵਿੱਚ ਆਏ ਪਰਤ ਦੁਖ ਪਾਵਤ ਭਾਰੀ। ਤੇ ਉਸ ਫਸਲ ਇਤਿਆਦਿ ਦੇ ਵਿੱਚ ਆ ਤਰਤੇ ਚੰਦਰਮਾ ਦੀ ਰੌਸ਼ਨੀ ਦੇ ਜਰੀਏ ਬਹੁਤਾ ਦੁੱਖ ਪਾਵੇਂਦਾ। ਅਨ ਤ੍ਰਿਣਨ ਮਹਿ ਮਿਲ ਸੋ ਜਾਏ। ਉਹ ਰੌਸ਼ਨੀ ਦੇ ਵਿੱਚ ਆ ਤਰਤੇ ਉਹੀ ਦੁਰਮਤ ਪਿਆਰਿਓ ਫਸਲ ਇਤਿਆਦਿ ਦੇ ਵਿੱਚ ਭੋਜਨ ਦੇ ਵਿੱਚ ਜਿਹੜਾ ਕੀਟਾਣੂ ਹੈ ਮਿਲ ਜਾਣਾ ਤਵੇਂਦਾ। ਉਨ ਦੇਹੀ ਤਿਸ ਕੋ ਮੁਖ ਖਾਏ। ਇਹ ਜਿਹੜੀ ਦੇਹੀ ਹੈ ਉਸ ਭੋਜਨ ਨੂੰ ਕੋਈ ਮਨੁੱਖ ਕੋਈ ਜਿਹੜਾ ਪੁਰਸ਼ ਹੈ ਉਸ ਭੋਜਨ ਨੂੰ ਛਕ ਲੈਣਾ ਦਵੇਦਾ। ਦੰਤਨ ਤਰੇ ਕਸ਼ਟ ਕੋ ਪਾਵੇ। ਜਿਹੜਾ ਭੋਜਨ ਹੈ ਜਦੋਂ ਦੰਦਾਂ ਦੇ ਥੱਲੇ ਹੋਵੇ ਤਾਂ ਬਹੁਤੇ ਦੁੱਖ ਨੂੰ ਸਹਿਣ ਕਰੇਦਾ। ਉਨਹੇ ਉਦਰ ਮਹਿ ਜਾਏ ਸਮਾਵੇ। ਫਿਰ ਉਹੀ ਭੋਜਨ ਉਦਰ ਢਿੱਡ ਦੇ ਵਿੱਚ ਚਲੇ ਜਾਣਾ ਤਵੇਦਾ। ਤਹ ਜਠ ਰਾਗਨ ਤੇ ਤਪਤਾਏ। ਤੇ ਉਥੋਂ ਜਠਰਾ ਅਦਨ ਜਿਹੜੀ ਹੈ ਉਸ ਤੋਂ ਤਪਣਾ ਤਵੇਦਾ। ਪ੍ਰਥਕ ਹੋਏ ਰਸ ਤਹ ਮਿਲ ਜਾਏ। ਉਸ ਤੋਂ ਵੱਖਰਾ ਹੋ ਤੇ ਜਿਹੜਾ ਰਸ ਹੈ ਉਸਦਾ ਉਸ ਭੋਜਨ ਦੇ ਵਿੱਚ ਮਿਲ ਜਾਣਾ ਤਵੇਦਾ। ਜਾਏ ਨਸਾ ਮਹਿ ਰੁਦਰ ਬਨੇ ਹੈ। ਤੇ ਆਵੇ ਉਹੀ ਭੋਜਨ ਨਸਾਂ ਦੇ ਵਿੱਚ ਜਾ ਤੇ ਸਾਡੀਆਂ ਖੂਨ ਦਾ ਰੂਪ ਧਾਰਨ ਕਰਨ ਦੀਆਂ। ਇਮਹੀ ਸਪਤ ਧਾਤ ਮਹਿ ਜਾ ਹੈ। ਇਸੇ ਤਰ੍ਹਾਂ ਜਿਹੜਾ ਇਹ ਭੋਜਨ ਹੈ ਸੱਤਾਂ ਧਾਤਾਂ ਦੇ ਵਿੱਚ ਭਾਵ ਚਰਬੀ ਖੂਨ ਨਸਾਂ ਇਤਿਆਦਿ ਮਿਲ ਜਾਣਾ ਤਵੇਦਾ। ਉਨਹੇ ਰੇਤ ਸੋ ਮਿਲ ਨਿਕਸਾਵੇ। ਜਿਹੜਾ ਇਹ ਭੋਜਨ ਹੈ ਇਹ ਵੇਦ ਦੇ ਵਿੱਚ ਭਾਵ ਨਾੜੀਆਂ ਦੇ ਵਿੱਚ ਜਾ ਤੇ ਮਿਲੇਗਾ। ਛਿਦਰ ਜੋਨ ਕੇ ਤਬ ਪਰਸਵਾਹੇ। ਉਸ ਸਮੇਂ ਜਿਹੜਾ ਇਹ ਭੋਜਨ ਹੈ ਛੋਟੀ ਛੋਟੀ ਭਾਵ ਜਿਹੜਾ ਜਾਂ ਫਿਰ ਜਿਹੜੇ ਪਿਆਰਿਓ ਇਹ ਭੋਜਨ ਬਹੁਤੇ ਅਨੇਕਾਂ ਹੀ ਜੂਨਾਂ ਦੇ ਵਿੱਚ ਪੈ ਤੇ ਸਭ ਤੋਂ ਪਹਿਲਾਂ ਤਿਵਣ ਦੇ ਦੁਆਰਾ ਥੱਲੇ ਆਉਂਦਾ ਹੈ ਤੇ ਥੱਲੇ ਆ ਤੇ ਫਸਲ ਇਤਿਆਦਿ ਦੇ ਵਿੱਚ ਮਿਲਦਾ। ਫਸਲ ਇਤਿਆਦਿ ਬੰਦੇ ਦੇ ਮੂੰਹ ਦੇ ਵਿੱਚ ਪੈਂਦੀਆਂ ਨੇ। ਉਹ ਭੋਜਨ ਦੰਦਾਂ ਦੇ ਥੱਲੇ ਉਸ ਨੂੰ ਆਤ ਤੇ ਦੁੱਖ ਸਹਿਣਾ ਪੈਂਦਾ ਹੈ। ਨਾੜੀਆਂ ਦੇ ਵਿੱਚ ਜਾਤ ਤੇ ਖੂਨ ਦਾ ਰੂਪ ਬਣਦਾ ਹੈ। ਤਪ ਜਿਹੜਾ ਹੈ ਉਸ ਨੂੰ ਜਠਰਾ ਆਦਨ ਉਹ ਵੀ ਸਹਿਣੀ ਪੈਂਦੀ ਹੈ। ਗਰਭ ਵਿਖੈ ਦੁਖ ਗਿਨੇ ਨਾ ਜਾਹੀ। ਇਸ ਤਰੀਕੇ ਦੇ ਨਾਲ ਜਿਹੜਾ ਉਹ ਭੋਜਨ ਹੈ ਉਹ ਅਥੀਰ ਵੇਲੇ ਬੀਵਜ ਰੂਪ ਹੋ ਤੇ ਇਸਤਰੀ ਦੇ ਦੁੱਖ ਅੰਦਾਂ ਦੇ ਵਿੱਚ ਪੈਂਦਾ ਹੈ। ਤੇ ਉਸ ਬੀਵਜ ਦੇ ਨਾਲ ਦੁਰਮਤ ਪਿਆਰਿਓ ਇਸ ਦੇਹੀ ਆਉਂਦੀ ਹੈ। ਦੇਹੀ ਦੇ ਜਿਹੜੀ ਦਰਬ ਅਦਨ ਦੇ ਵਿੱਚ ਭਾਵ ਮਾਤਾ ਦੇ ਦਰਬ ਦੇ ਵਿੱਚ ਬਹੁਤਾ ਦੁੱਖ ਸਹਿਣ ਕਰਨਾ ਪੈਂਦਾ ਹੈ। ਬਿਸ਼ਟਾ ਮੂਤਰ ਮਿਲਿਓ ਬਸ ਤਾਹੀ। ਤੇ ਉਸ ਦੇ ਵਿੱਚ ਭਾਵ ਇਸ ਦੇਹ ਨੂੰ ਮਾਤਾ ਦੇ ਦਰਬ ਦੇ ਵਿੱਚ ਜਦੋਂ ਹੁੰਦਾ ਹੈ ਤੇ ਅਨੇਕਾਂ ਪ੍ਰਕਾਰ ਦੀਆਂ ਦੰਤੀਆਂ ਵਿਸ਼ਟਾ ਜਿਹੜੀ ਅਦਨ ਹੈ ਉਹ ਸਹਿਣਾ ਪੈਂਦੀ ਹੈ। ਜਬ ਨਿਕਸਤ ਪੁਨ ਜੋਨੀ ਦਵਾਰਾ। ਜਦੋਂ ਨਿਕਲਦਾ ਹੈ ਉਦੋਂ ਵੀ ਦੰਤੀਆਂ ਦੇ ਦਰਵਾਜ਼ੇ ਤੋਂ ਨਿਕਲਦਾ ਹੈ ਤੇ ਫਿਰ ਮਨੁੱਖਾ ਦੇਹੀ ਦੇ ਵਿੱਚ ਪੈ ਜਾਂਦਾ ਹੈ। ਛਿਦਰ ਛੋਟ ਦੁਖ ਲਹਿਤ ਅਪਾਰਾ। ਪਿਆਵੇ ਜਦੋਂ ਨਿਕਲਦਾ ਹੈ ਤੇ ਬਹੁਤੇ ਛੋਟੇ ਛੇਤੇ ਵਿੱਚੋਂ ਨਿਕਲਦਾ ਬਹੁਤੇ ਦੁੱਖ ਪਾਉਂਦਾ ਹੈ। ਇਮ ਜਨਮੈ ਤਨ ਪਾਏ ਬਹੋਰੀ। ਇਸ ਤਰ੍ਹਾਂ ਜਨਮ ਲੈ ਤੇ ਵੀ ਬਹੁਤੇ ਦੁੱਖਾਂ ਨੂੰ ਪ੍ਰਾਪਤ ਕਰਦਾ ਹੈ। ਮਰਹੇ ਫੇਰ ਕਰ ਕਰ ਅਗ ਘੋਰੀ। ਤੇ ਜਦੋਂ ਮਰਨ ਦਾ ਵੇਲਾ ਆਉਂਦਾ ਹੈ ਉਦੋਂ ਵੀ ਹਾਏ ਹਾਏ ਕਰਤੇ ਇਸ ਦੁਨੀਆ ਤੋਂ ਚੜੇ ਜਾਂਦਾ ਹੈ। ਤੜਕ ਮਾਤਰ ਸੰਕਟ ਇਹ ਕਹੈ। ਤੇ ਤਵੀ ਜੀ ਆਖਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਇਹ ਸੰਕਟ ਹਨ ਸਾਰੇ ਨਹੀਂ ਦਿਨਾਏ ਕੁਛ ਮਾਤਰ ਇਹ ਸੰਕਟਾਂ ਦੀ ਗਿਣਤੀ ਤਰਾਈ ਹੈ। ਗਿਨੇ ਨਾ ਜਾਏ ਜਿਤਕ ਇਹ ਲਹੇ। ਤੇ ਜਿਤਨੇ ਇਸ ਦੇਹੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਪ੍ਰਾਪਤ ਕਰਨ ਦੇ ਵਿੱਚ ਦੁਨੀਆ ਦੇ ਭੋਜਨ ਦੇ ਜਿਤਨੇ ਦੁੱਖ ਹੁੰਦੇ ਹਨ ਇਹ ਤਹੇ ਨਹੀਂ ਜਾ ਸਕਦੇ। ਜਾਂਤੇ ਰਚੇ ਏਕ ਅਸਬਾਨੀ। ਇਸ ਤਰਤੇ ਇਹ ਅਸੀਂ ਪਵਿੱਤਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਰਚਨਾ ਕੀਤੀ ਹੈ।